सिख चैनल वेख रहे समूह दर्शकों नूं मेरे वालों जानी कि मनदीप सिंह गिल वालों बुलाई हुई फतेह प्रवान होए। वाहिगुरू जी का खालसा वाहिगुरू जी की फतेह। प्रोग्राम साडे बच्चे साडा भविख दे इस एपीसोड दे विच असीं अज फिर एक बारी मुखातब हो रहे हैं सरदार सतनाम सिंह होरां नूं। सतनाम सिंह वीर जी तुहाडा प्रोग्राम साडे बच्चे साडा भविख विच जी आयां नूं, वेलकम अगेन जी। वाहिगुरू जी का खालसा वाहिगुरू जी की फतेह। ਅਸੀਂ ਸਿੱਖ ਚੈਨਲ ਦੇ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਸੰਗਤਾਂ ਦੇ ਰੂਬਰੂ ਹੋਣ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਹੈ। ਅਸੀਂ ਇਹਨਾਂ ਦੇ ਤਹਿ ਦਿਲ ਤੋਂ ਬਾਰ-ਬਾਰ ਸ਼ੁਕਰਗੁਜ਼ਾਰ ਹਾਂ। ਸਤਨਾਮ ਸਿੰਘ ਵੀਰ ਜੀ, ਇਸ ਤੋਂ ਪਹਿਲਾਂ ਕਿ ਦਰਸ਼ਕਾਂ ਵੱਲੋਂ ਆਏ ਸਵਾਲਾਂ ਵੱਲ ਆਪਾਂ ਸ਼ੁਰੂ ਕਰੀਏ, ਬੜਾ ਸੋਹਣਾ ਤੁਸੀਂ ਹੁੰਗਾਰਾ ਦੇ ਰਹੇ ਹੋ, ਇਸ ਪ੍ਰੋਗਰਾਮ ਨੂੰ ਪਸੰਦ ਵੀ ਕਰ ਰਹੇ ਹੋ, ਸਾਡਾ ਹੌਸਲਾ ਦੁੱਗਣਾ ਹੋ ਜਾਂਦਾ ਹੈ। ਸਪੈਸ਼ਲ मैं ਤੁਹਾਨੂੰ ਵਧਾਈ ਦਿਆਂਗਾ ਇਸ ਲਈ ਜੋ ਤੁਸੀਂ ਮਿਹਨਤ ਕਰਕੇ ਆ ਰਹੇ ਹੋ। ਔਰ ਇੱਕ ਆਪਾਂ ਕਹਿ ਲਓ ਜਿਹੜੇ ਕਾਮਨ ਸਮੱਸਿਆਵਾਂ ਨੇ ਸਾਡੀਆਂ ਬੱਚਿਆਂ ਪ੍ਰਤੀ ਮਾਪਿਆਂ ਦੀ ਲੈਕ ਆਫ ਅਵੇਅਰਨੈਸ ਆ, ਮੇਰੇ ਖਿਆਲ ਉਹਦੇ 'ਚ ਤਿਲ ਫੁੱਲ ਬਣਦਾ ਯੋਗਦਾਨ ਅਸੀਂ ਆਪਣਾ ਪਾ ਰਹੇ ਹਾਂ। ਮੈਂ ਆਸ ਕਰਦਾ ਸਾਡੇ ਦਰਸ਼ਕ ਵੀਰ ਜਿਸ ਢੰਗ ਦੀ ਫੀਡਬੈਕ ਸਾਨੂੰ ਦੇ ਰਹੇ ਆ, ਮੈਨੂੰ ਲੱਗਦਾ ਕਿ ਉਹ ਜ਼ਰੂਰ ਇਹ ਤੋਂ ਆਪਣਾ ਲਾਹਾ ਵੀ ਲੈ ਰਹੇ ਨੇ ਔਰ ਨਾਲ ਦੀ ਨਾਲ ਸਾਨੂੰ ਫੀਡਬੈਕ ਦੇ ਕੇ ਚੈਨਲ ਦੇ ਜ਼ਰੀਏ ਉਹ ਇਹ ਵੀ ਦਰਸਾ ਰਹੇ ਨੇ ਕਿ ਇਹਦੇ ਵਿੱਚ ਕੁਝ ਚੀਜ਼ਾਂ ਹਲੇ ਹੋਰ ਕਰਨ ਵਾਲੀਆਂ ਬਾਕੀ ਨੇ। ਉਹਨਾਂ ਜਿਹੜੀਆਂ ਬਾਕੀ ਰਹਿ ਗਈਆਂ ਚੀਜ਼ਾਂ ਨੇ ਉਹਨਾਂ ਬਾਰੇ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਵੀਰ ਜੀ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਜ਼ਿੰਦਗੀ ਦੇ ਮਹੱਤਵਪੂਰਨ ਦਿਹਾੜੇ, ਦੋ ਦਿਹਾੜੇ ਸਪੈਸ਼ਲੀ, ਉਹ ਕਿਹੜੇ ਕਿਹੜੇ ਨੇ? ਸਭ ਤੋਂ ਵੱਡਾ ਜ਼ਿੰਦਗੀ ਦਾ ਦਿਨ, ਸਭ ਤੋਂ ਮਹੱਤਵਪੂਰਨ ਸਾਡੀ ਲਾਈਫ ਦਾ ਦਿਨ ਉਹ ਹੈ ਕਿ ਜਿਸ ਦਿਨ ਅਸੀਂ ਜਨਮ ਲਿਆ ਜੀ। ਜਨਮ ਲੈ ਕੇ ਅਸੀਂ ਇਸ ਸੰਸਾਰ ਵਿੱਚ ਪ੍ਰਵੇਸ਼ ਕੀਤਾ, ਐਂਟਰੀ ਮਾਰੀ। ਦੇਖੋ, ਆਪਣੇ ਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਇਨਸਾਨ 84 ਲੱਖ ਜੂਨਾਂ ਭੋਗ ਕੇ ਫਿਰ ਇਹ ਮਨੁੱਖਾ ਦੇਹੀ ਕਿਧਰੇ ਜਾ ਕੇ ਮਿਲਦੀ ਹੈ। ਬਿਲਕੁਲ। ਹੁਣ ਇਹ ਮਨੁੱਖਾ ਦੇਹੀ ਮਿਲ ਕੇ ਸਾਨੂੰ ਇੱਕ ਬੜਾ ਵੱਡਾ ਗੁਰੂ ਮਹਾਰਾਜ ਨੇ ਤੋਹਫੇ ਦੇ ਰੂਪ ਵਿੱਚ ਗੁਣਾਂ ਨਾਲ ਭਰਪੂਰ ਕਰਕੇ ਇਸ ਸੰਸਾਰ ਦੀ ਯਾਤਰਾ ਵਾਸਤੇ ਭੇਜਿਆ। ਹੁਣ ਦੂਸਰਾ ਮਹੱਤਵਪੂਰਨ ਦਿਨ ਉਹ ਹੈ ਕਿ ਇਸ ਸੰਸਾਰ ਦੀ ਯਾਤਰਾ ਕਰਦੇ ਹੋਏ ਕਿ ਅਸੀਂ ਉਸ ਧੁਰੇ ਨਾਲ, ਉਸ ਪਰਮਾਤਮਾ ਦੇ ਮੈਸੇਜ ਨਾਲ ਜੁੜੇ ਹੋਏ ਹਾਂ। ਹੁਣ ਦੇਖੋ, ਸਾਡੇ ਜੋ ਵੀ ਇਤਿਹਾਸ ਵਿੱਚ ਗੁਰੂ ਮਹਾਰਾਜ ਉਹਨਾਂ ਨੇ ਸ਼ਖਸੀਅਤਾਂ ਪੈਦਾ ਹੋਈਆਂ ਹਨ ਜੀ, ਉਹਨਾਂ ਨੇ ਅਖੀਰ ਤੇ ਇਹੀ ਸਾਨੂੰ ਮੈਸੇਜ ਦਿੱਤਾ ਹੈ ਕਿ ਸੰਸਾਰ ਵਿੱਚ ਵਿਚਰਦੇ ਹੋਏ ਜੀ, ਆਪਣੇ ਕਾਰੋਬਾਰ ਵਿਹਾਰ ਵਿੱਚ ਵਿਚਰਦੇ ਹੋਏ ਪਰਮਾਤਮਾ ਦੇ ਨਾਲ ਹਮੇਸ਼ਾ ਜੁੜੇ ਰਹਿਣਾ, ਉਹਦੀ ਯਾਦ ਨਾਲ ਜੁੜੇ ਰਹਿਣਾ, ਉਹਦੀ ਯਾਦ ਨਾਲ। ਹੁਣ ਦੇਖੋ, ਪਿੰਡਾਂ ਦੇ ਵਿੱਚੋਂ ਆਪਾਂ ਦੇਖਦੇ ਹਾਂ ਕਿ ਹੁਣ ਤੇ ਚਲੋ ਸ਼ਹਿਰਾਂ ਦਾ ਮਾਡਰਨ ਸਟਾਈਲ, ਮਾਡਰਨ ਜ਼ਮਾਨਾ ਆ ਗਿਆ ਹੈ ਜੀ। ਪੁਰਾਣੇ ਜ਼ਮਾਨੇ ਵਿੱਚ ਖੂਹਾਂ ਦੇ ਉੱਤੋਂ ਬੀਬੀਆਂ ਪਾਣੀ ਲੈ ਕੇ ਆਉਂਦੀਆਂ ਹੁੰਦੀਆਂ ਸਨ ਜੀ। ਹੁਣ ਆਪਸ ਵਿੱਚ ਉਹ ਠੱਠਾ ਮਜ਼ਾਕ ਵੀ ਕਰਦੀਆਂ ਸੀ, ਆਪਸ ਵਿੱਚ ਉਹ ਹੱਸਦੀਆਂ ਖੇਡਦੀਆਂ ਵੀ ਸੀ। ਉਹਨਾਂ ਦੇ ਸਿਰਾਂ ਦੇ ਉੱਤੇ 2-2 3-3 ਘੜੇ ਹੁੰਦੇ ਸੀ ਜੀ, ਲੇਕਿਨ ਉਹਨਾਂ ਦੀ ਸੁਰਤੀ, ਬੈਲੈਂਸ ਉਹਨਾਂ ਘੜਿਆਂ ਦੇ ਵਿੱਚ, ਮਾੜਾ ਜਿਹਾ ਵੀ ਸਿਰ ਉਹ ਘੜਾ ਡੋਲਦਾ ਸੀ ਤਾਂ ਉਹ ਆਪਣੇ ਸਿਰ ਦੇ ਨਾਲ ਬੈਲੈਂਸ ਲੈ ਲੈਂਦੀਆਂ ਸੀ। ਲੇਕਿਨ ਦੇਖਣ ਵਿੱਚ ਇਹ ਮਹਿਸੂਸ ਹੁੰਦਾ ਸੀ ਕਿ ਉਹ ਹੱਸਦੀਆਂ ਖੇਡਦੀਆਂ ਗੱਲਾਂ ਕਰਦੀਆਂ ਹੋਈਆਂ ਆਪਣੀ ਮੰਜ਼ਿਲ ਵੱਲ, ਆਪਣੇ ਘਰਾਂ ਵੱਲ ਜਾ ਰਹੀਆਂ ਹਨ, ਲੇਕਿਨ ਉਹਨਾਂ ਦੀ ਸੁਰਤੀ ਜਿਹੜੀ ਹੁੰਦੀ ਸੀ ਉਹ ਬੈਲੈਂਸ ਵਿੱਚ ਜੁੜੀ ਹੁੰਦੀ ਸੀ, ਜਿਸ ਨਾਲ ਉਹ ਘੜਿਆਂ ਨੂੰ ਮੈਨੇਜ ਕਰ ਲੈਂਦੀਆਂ ਸੀ। ਹੁਣ ਇਹਦੇ ਵਿੱਚ ਇਹ ਕਿ ਜਿਹੜਾ ਜ਼ਿੰਦਗੀ ਦਾ ਸੈਕਿੰਡ ਮਹੱਤਵਪੂਰਨ ਦਿਨ ਹੈ ਉਹ ਜਿੱਦਣ ਅਸੀਂ ਇਹ ਪਾ ਲਈਏ ਕਿ ਵਾਈ ਆਈ ਬੋਰਨ, ਮੇਰੇ ਜਨਮ ਲੈਣ ਦਾ ਅਸਲੀ ਕਾਰਨ, ਮਕਸਦ ਕੀ ਹੈ। ਜਿਸ ਦਿਨ ਜਾਣੀ ਜ਼ਿੰਦਗੀ ਦਾ ਮਕਸਦ ਸਾਨੂੰ ਪਤਾ ਲੱਗ ਜੇ ਵੀ ਮੈਂ ਸੰਸਾਰ ਤੇ ਆਇਆ ਕਿਹੜੇ ਕੰਮ, ਜਿਸ ਦਿਨ ਸਾਨੂੰ ਉਹ ਮਕਸਦ ਦਾ ਪਤਾ ਚੱਲ ਜਾਏ ਉਸ ਦਿਨ ਸਾਡੀ ਜ਼ਿੰਦਗੀ ਆਲਮੋਸਟ ਸਫਲਤਾ ਵੱਲ ਸ਼ੁਰੂਆਤ ਉਸਦੀ ਹੁੰਦੀ ਹੈ। ਜਿਵੇਂ ਐਡੀਸਨ ਥਾਮਸਨ ਨੇ ਇੱਕ ਜ਼ਿੰਦਗੀ ਵਿੱਚ ਬੜਾ ਵੱਡਾ ਉਹਨੇ ਮਤਲਬ ਮੱਲ ਮਾਰੀ ਕਿ ਉਸਨੇ ਇੱਕ ਬਿਜਲੀ ਦੀ ਖੋਜ ਕੀਤੀ, ਸਾਡੇ ਸੰਸਾਰਿਕ ਜੀਵਾਂ ਦੀ ਆਪਣੀ ਜਿਹੜੀ ਸਾਡੀ ਜ਼ਿੰਦਗੀ ਸੀ ਬੜੀ ਰੋਸ਼ਨੀ ਕਰ ਦਿੱਤੀ। ਦੂਸਰੀ ਤਰਫ ਰਾਈਟ ਬ੍ਰਦਰਜ਼ ਨੇ ਇੱਕ ਬੜੀ ਅੱਛੀ ਕਾਢ ਕੱਢੀ ਜਿਸ ਦੇ ਨਾਲ ਅੱਜ ਸੰਸਾਰ ਜਿਹੜਾ ਇੰਨਾ ਵੱਡਾ ਮਹਿਸੂਸ ਹੁੰਦਾ ਸੀ, ਅੱਜ ਉਹਨਾਂ ਨੂੰ ਇੱਕ ਮਤਲਬ ਬੜੇ ਛੋਟੇ ਟਾਈਮ ਦੇ ਵਿੱਚ ਇੱਕ ਮੁਲਕਾਂ ਤੋਂ ਦੂਜੀ ਮੁਲਕਾਂ ਦੀ ਯਾਤਰਾ ਵਿੱਚ ਬਹੁਤ ਵੱਡਾ ਉਹਨਾਂ ਨੇ ਯੋਗਦਾਨ ਪਾਇਆ ਹੈ। ਇਸ ਕਰਕੇ ਇਹ ਦੋ ਦਿਨ ਬੜੇ ਮਹੱਤਵਪੂਰਨ ਹਨ ਜ਼ਿੰਦਗੀ ਵਿੱਚ। ਇੱਕ ਦਿਨ ਜਿਸ ਦਿਨ ਅਸੀਂ ਜਨਮ ਲਿਆ, ਦੂਜੇ ਦਿਨ ਅਸੀਂ ਜਿਸ ਦਿਨ ਇਹ ਮਹਿਸੂਸ ਕੀਤਾ ਕਿ ਵਾਈ ਵੀ ਬੋਰਨ। ਮੈਨੂੰ ਤੁਹਾਡੀ ਗੱਲ 'ਚ ਇਹ ਗੱਲ ਯਾਦ ਆ ਗਈ, ਗੁਰਬਾਣੀ ਦਾ ਇੱਕ ਬੜਾ ਪਿਆਰਾ ਸਲੋਕ ਹੈ ਜੀ। ਆਹਰ ਕਰਤਾ ਸਭ ਜਗ ਫਿਰੇ, ਆਹਰ ਇੱਕ ਨਾ ਹੋਏ, ਜਿਤ ਆਹਰੇ ਸਭ ਜਗ ਉਭਰੇ, ਬਿਰਲਾ ਬੂਝੇ ਕੋਈ। ਕਹਿਣ ਤੋਂ ਭਾਵ ਸਾਰੀ ਦੁਨੀਆ ਕੰਮ ਕਾਰ ਕਰ ਰਹੀ ਹੈ, ਧੰਦੇ ਅਸੀਂ ਸਾਰੇ ਜਫਰ ਜਾਲ ਰਹੇ ਹਾਂ,
ਪਰ ਕੋਈ ਵੀ ਅਜਿਹਾ ਨੇਕ ਕੰਮ ਕਿਸੇ ਵਿਰਲੇ ਟਾਮੇ ਨੂੰ ਸੁਝਦਾ ਜਿਹੜਾ ਸਰਬੱਤ ਦੇ ਭਲੇ ਵਾਲਾ ਹੋਵੇ, ਜਿਹੜਾ ਸਰਬੱਤ ਦੁਨੀਆ ਦੇ ਕੰਮ ਆਉਣ ਵਾਲਾ ਹੋਵੇ। ਸਾਡੇ ਕੀਤੇ ਕੰਮ ਨਾਲ ਸਾਰੀ ਦੁਨੀਆ ਦਾ ਪਰਉਪਕਾਰ ਹੋ ਸਕਦਾ ਹੋਵੇ। ਮੈਨੂੰ ਲੱਗਦਾ ਇਹ ਵਿਗਿਆਨੀ ਸਾਡੇ ਜਿੰਨੇ ਵੀਰ ਭੈਣਾਂ ਜਿੰਨੇ ਵੀ ਹੋਏ ਨੇ, ਇਹ ਧੰਨਤਾ ਦੇ ਯੋਗ ਨੇ। ਇਹ ਧੰਨ ਉਹਨਾਂ ਦੀ ਕਮਾਈ ਹੈ ਜਿਨ੍ਹਾਂ ਨੇ ਸਾਨੂੰ ਬਿਜਲਈ ਖੋਜਾਂ, ਜਿਨ੍ਹਾਂ ਨੇ ਪਦਾਰਥਕ ਲੈਵਲ ਤੇ ਜੇ ਆਪਾਂ ਗੱਲ ਕਰੀਏ ਸੰਸਾਰਕ ਲੈਵਲ ਤੇ ਜਿਹੜੇ ਸੁੱਖ ਆਰਾਮ ਜੋ ਸਾਡੇ ਸਰੀਰ ਨੂੰ ਅੱਜ ਉਪਲਬਧ ਨੇ, ਜਿਨ੍ਹਾਂ ਦੇ ਜ਼ਰੀਏ ਸਾਧਨਾਂ ਦੇ ਜ਼ਰੀਏ ਅਸੀਂ ਇੱਕ ਦੂਜੇ ਨਾਲ ਅੱਜ ਕਮਿਊਨੀਕੇਟ ਕਰ ਰਹੇ ਹਾਂ। ਜਿਹੜੇ ਸਾਡੇ ਵਰ੍ਹਿਆਂ ਦੇ ਵਿਛੋੜੇ ਹੁੰਦੇ ਸਨ, ਉਹ ਪਲਾਂ ਦੇ ਵਿੱਚ ਮੇਲ ਹੋਣ ਵਾਲੀ ਗੱਲ ਹੋ ਗਈ ਹੈ। ਹੁਣ ਜੇ ਦੇਖਿਆ ਜਾਵੇ ਟੈਲੀਫੋਨ ਘੁਮਾਓ ਤੇ ਗੱਲ ਹੋ ਜਾਂਦੀ ਹੈ, ਈਮੇਲ ਕਰੋ ਠਾ ਆਨਸਰ ਆ ਜਾਂਦਾ, ਤੇ ਰਾਜੀ ਖੁਸ਼ੀ 24 ਘੰਟੇ ਅਸੀਂ ਚਾਹੇ ਸੰਸਾਰ ਦੇ ਕਿਸੇ ਵੀ ਭਾਗ ਵਿੱਚ ਵਿਚਰਦੇ ਹੋਈਏ, ਅਸੀਂ ਆਪਣੇ ਪਿਆਰਿਆਂ ਨਾਲ ਕਨੈਕਟਡ ਰਹਿੰਦੇ ਹਾਂ। ਇਹ ਉਹਨਾਂ ਵਿਗਿਆਨੀਆਂ ਦੀ ਦੇਣ ਆ। ਪਰ ਹਰ ਮਾਂ-ਬਾਪ ਚਾਹੁੰਦਾ ਕਿ ਉਹਨਾਂ ਦਾ ਬੱਚਾ ਕੋਈ ਡਾਕਟਰ ਬਣੇ, ਇੰਜੀਨੀਅਰ ਬਣੇ, ਇਸ ਤਰ੍ਹਾਂ ਦਾ ਵਿਗਿਆਨੀ ਬਣੇ, ਗਿਆਨੀ ਬਣੇ। ਮੇਰੇ ਖਿਆਲ ਕੋਈ ਮਾਂ-ਬਾਪ ਨਹੀਂ ਚਾਹੁੰਦਾ ਕਿ ਉਹਨਾਂ ਦਾ ਬੱਚਾ ਡਲ ਹੋਵੇ, ਨਲਾਇਕ ਹੋਵੇ, ਜਾਂ ਸਮਾਜ ਵਿਰੋਧੀ ਅਨਸਰ ਬਣੇ, ਅੱਤਵਾਦੀ ਬਣੇ, ਜਾਂ ਆਪਾਂ ਕਹਿ ਲਈਏ ਕਿ ਇੱਕ ਮਹਾਂ ਨਲਾਇਕ ਪੁੱਤ ਜੰਮਣ ਦਾ ਧੱਬਾ ਉਹਨਾਂ ਦੀ ਕੁੱਖ ਨੂੰ ਜਾਂ ਉਹਨਾਂ ਦੀ ਕੁੱਲ ਨੂੰ ਲੱਗੇ। ਕੋਈ ਮਾਂ-ਬਾਪ ਇਹ ਨਹੀਂ ਚਾਹੁੰਦਾ। ਪਰ ਕੀ ਕਾਰਨ ਆ ਜਿਹੜੇ ਮਾਂ-ਬਾਪ ਨੇ ਉਹ ਉਹਨਾਂ ਨੂੰ ਇੱਕ ਅੰਗਰੇਜ਼ੀ ਦੀ ਟਰਮ ਹੈ, ਬੱਚਿਆਂ ਦੇ ਵਿੱਚ ਸਾਰੇ ਗੁਣ ਹੋਣ ਦੇ ਬਾਵਜੂਦ ਇੱਕ ਉਹ ਟਰੈਵਲ ਏਜੰਸੀ ਪੇਰੈਂਟ ਬਣੇ ਹੋਏ ਨੇ। ਕਹਿਣ ਤੋਂ ਭਾਵ ਉਹ ਚਾਹੁੰਦੇ ਆ ਕਿ ਉਹਨਾਂ ਦੇ ਬੱਚੇ ਇਸ ਡੈਸਟੀਨੇਸ਼ਨ ਤੇ ਪਹੁੰਚ ਜਾਣ। ਨਾ ਉਹਨਾਂ ਨੂੰ ਉਸ ਡੈਸਟੀਨੇਸ਼ਨ ਦਾ ਪਤਾ ਹੁੰਦਾ ਕਿਉਂਕਿ ਉਹ ਆਪ ਤੱਕ ਕਦੇ ਗਏ ਨਹੀਂ, ਆਪ ਤੱਕ ਕਦੇ ਡਾਕਟਰ ਇੰਜੀਨੀਅਰ ਬਣੇ ਨਹੀਂ, ਤੇ ਨਾ ਹਾਲਾਂਕਿ ਉਹਨਾਂ ਕੋਲ ਇਹ ਜਾਣਕਾਰੀ ਹੁੰਦੀ ਹੈ ਕਿ ਉਹਨਾਂ ਦੇ ਬੱਚੇ 'ਚ ਉਹ ਯੋਗਤਾ ਹੈਗੀ ਵੀ ਹੈ। ਕਹਿਣ ਤੋਂ ਭਾਵ ਮੰਜ਼ਿਲ ਹਰੇਕ ਬੰਦਾ ਉੱਚੀ ਰੱਖਦਾ, ਪਰ ਉਹਨੂੰ ਉੱਥੇ ਤੱਕ ਲੈ ਕੇ ਕਿਵੇਂ ਜਾਣਾ, ਇਹਦੇ ਵਿੱਚ ਮਾਂ-ਬਾਪ ਦਾ ਕਸੂਰ ਆ ਜਾਂ ਬੱਚਿਆਂ ਦਾ? ਤੁਸੀਂ ਮਤਲਬ ਇੱਕ ਮਾਹੌਲ ਦੇ ਮੁਤਾਬਕ ਇੱਕ ਜੋ ਅਸੀਂ ਅੱਜ ਕੱਲ ਆਪਣੇ ਸਮਾਜ ਵਿੱਚ ਦੇਖਦੇ ਹਾਂ, ਹਰ ਆਦਮੀ ਇੱਕ ਰੀਝ ਰੱਖਦਾ ਹੈ ਕਿ ਜੇ ਮੇਰੇ ਭੈਣ ਭਾਈ ਦਾ ਬੱਚਾ ਇੱਕ ਅੱਛੀ ਪੋਸਟ ਤੇ ਹੈ ਜੀ, ਜਾਂ ਅੱਛਾ ਇੱਕ ਡਾਕਟਰ ਹੈ, ਜਾਂ ਇੱਕ ਅੱਛਾ ਬਿਜ਼ਨਸਮੈਨ ਹੈ, ਤੇ ਮੇਰਾ ਬੱਚਾ ਵੀ ਉਸ ਮੰਜ਼ਿਲ ਤੇ ਜ਼ਰੂਰ ਪਹੁੰਚੇ। ਜ਼ਰੂਰ। ਹੁਣ ਦੇਖੋ ਆਪਾਂ ਜ਼ਿੰਦਗੀ ਦੇ ਵਿੱਚ ਵਕੇਸ਼ਨ ਕੱਟਣ ਜਾਂਦੇ ਹਾਂ, ਬਿਲਕੁਲ ਇੱਕ ਮੁਲਕਾਂ ਤੋਂ ਦੂਜੇ ਮੁਲਕਾਂ ਵਿੱਚ ਜਾਂਦੇ ਹਾਂ, ਆਪਾਂ ਟਰੈਵਲ ਏਜੰਸੀਆਂ ਦੇ ਕੋਲ ਜਾਂਦੇ ਹਾਂ, ਜਾ ਕੇ ਉਹਨਾਂ ਨੂੰ ਕਹਿੰਦੇ ਹਾਂ ਕਿ ਅਸੀਂ ਪੈਰਿਸ ਜਾਣਾ ਹੈ, ਜਾਂ ਅਸੀਂ ਯੂਰਪ ਜਾਣਾ ਹੈ, ਜਾਂ ਅਸੀਂ ਆਸਟ੍ਰੇਲੀਆ, ਵੇਅਰਐਵਰ ਵੀ ਵਾਂਟ ਟੂ ਗੋ, ਰਾਈਟ। ਅਸੀਂ ਉਹਨਾਂ ਤੋਂ ਟਿਕਟ ਲੈ ਲੈਂਦੇ ਹਾਂ, ਲੇਕਿਨ ਉਹਨਾਂ ਨੇ ਸਾਨੂੰ ਉੱਥੇ ਭੇਜ ਤੇ ਦਿੱਤਾ। ਦੇ ਨੈਵਰ ਬੀ ਦੇਅਰ ਇਨ ਦੇਅਰ ਲਾਈਫ ਜੀ। ਉਹ ਆਪਣੀ ਜ਼ਿੰਦਗੀ 'ਚ ਹੋ ਸਕਦਾ ਉਹਨਾਂ ਯੂਰਪ ਨਾ ਦੇਖਿਆ ਹੋਵੇ, ਹੋ ਸਕਦਾ ਉਹਨਾਂ ਨੇ USA ਦੇ ਕਈ ਜਗ੍ਹਾ ਦੀ ਯਾਤਰਾ ਨਾ ਕੀਤੀ ਹੋਵੇ, ਲੇਕਿਨ ਉਹ ਸਾਨੂੰ ਭੇਜਣ ਵਿੱਚ, ਸਾਨੂੰ ਗਾਈਡਲਾਈਨ ਦੇਣ ਵਿੱਚ ਉਹ ਆਪਣਾ ਇੱਕ ਬੜਾ ਵੱਡਾ ਯੋਗਦਾਨ ਸਮਝਦੇ ਹਨ। ਈਵਨ ਦੇ ਹੈਵ ਨੋ ਨੌਲੇਜ, ਨੋ ਸਕਿੱਲ। ਉਹੀ ਗੱਲ ਸਾਡੇ ਅੱਜ ਕੱਲ੍ਹ ਦੇ ਜਿਹੜੇ ਪੇਰੈਂਟਸ ਹਨ, ਉਹ ਜਿਸ ਤਰ੍ਹਾਂ ਏਜੰਸੀਆਂ ਮੁਸਾਫਰਾਂ ਨੂੰ, ਯਾਤਰੂਆਂ ਨੂੰ, ਟੂਰਿਸਟਾਂ ਨੂੰ ਇੱਕ ਸਥਾਨ ਤੋਂ ਦੂਜੀ ਸਥਾਨ ਤੇ ਭੇਜ ਦਿੰਦੇ ਹਨ, ਅੱਗੋਂ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਗੁਜ਼ਰ ਰਿਹਾ ਹੈ, ਕੀ ਨਹੀਂ ਗੁਜ਼ਰ ਰਿਹਾ, ਇਹ ਉਹਨਾਂ ਦੇ ਨਾਲ ਬਾਅਦ ਦੀ ਸਟੋਰੀ ਹੈ। ਲੇਕਿਨ ਉਹੀ ਜੋ ਮਾਂ-ਬਾਪ ਹਨ, ਕਿ ਮਾਂ-ਬਾਪ ਬੱਚੇ ਦੇ ਵਿੱਚ ਗੁਣ ਪੈਦਾ ਕਰਨ ਤੋਂ ਪਹਿਲਾਂ ਉਸ ਦੇ ਆਪਣੇ ਅੰਦਰ ਵੀ ਉਹ ਕੁਆਲਿਟੀ ਹੋਣੀ ਬਹੁਤ ਜ਼ਰੂਰੀ ਹੈ। ਉਹ ਬੱਚੇ ਨੂੰ ਡਾਕਟਰ, ਲਾਇਰ ਬਣਨ ਵਿੱਚ ਤਾਂ ਹੀ ਸਹਿਯੋਗੀ ਹੋ ਸਕੇਗਾ ਜੇ ਉਹਨੂੰ ਇਸ ਰਸਤੇ ਤੇ ਚੱਲਣ ਦਾ, ਇਹਦੇ ਵਿੱਚ ਕੀ ਰਿਕੁਆਇਰਮੈਂਟਾਂ ਹਨ, ਉਹਦੇ ਬਾਰੇ ਵੀ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਹੁਣ ਤੁਸੀਂ ਕਈ ਵਾਰੀ ਦੇਖਦੇ ਹੋ, ਕਈ ਵਾਰੀ ਤੁਸੀਂ ਬਾਜ਼ਾਰ ਵਿੱਚ ਜਾਂ ਗਲੀ ਮੁਹੱਲੇ ਵਿੱਚ ਜਾਂ ਵਾਕ ਕਰਨ ਨਿਕਲਦੇ ਹੋ, ਕੋਈ ਕਾਰ, ਕੋਈ ਮੁਸਾਫਰ ਤੁਹਾਨੂੰ ਰਸਤਾ ਪੁੱਛਦਾ ਹੈ। ਜੇ ਤੇ ਤੁਹਾਨੂੰ ਰਸਤੇ ਦਾ ਗਿਆਨ ਹੈ, you will give them exactly the directions, go left, go right, go here, go there, right? ਤੇ ਜੇ ਤੁਹਾਨੂੰ ਉਸ ਰਸਤੇ ਬਾਰੇ ਕੋਈ ਗਿਆਨ ਨਹੀਂ ਹੈ ਤੇ ਤੁਸੀਂ ਉਸ ਨੂੰ ਇਹ ਕਹੋਗੇ ਸੌਰੀ ਆਈ ਹੈਵ ਨੋ ਕਲੂ। ਬਿਲਕੁਲ। ਹੁਣ ਉਹੀ ਗੱਲ ਜਿਹੜੀ ਹਕੀਕਤ ਸਾਡੇ ਅਨਪੜ੍ਹਤਾ ਦੇ ਵਿੱਚ, ਜਾਂ ਸਾਡੀ ਅਗਿਆਨਤਾ ਦੇ ਵਿੱਚ, ਜਾਂ ਸਾਡੇ ਵਿੱਚ ਇੰਨੀ ਕੁਆਲਿਟੀ ਨਾ ਹੋਣ ਦੇ ਕਾਰਨ ਅਸੀਂ ਖੁਆਇਸ਼ ਤੇ ਬਹੁਤ ਵੱਡੀ ਰੱਖਦੇ ਹਾਂ, ਲੇਕਿਨ ਉਸ ਖੁਆਇਸ਼ ਤੇ ਉਸ ਮੰਜ਼ਿਲ ਤੇ ਪਹੁੰਚਣ ਵਾਸਤੇ ਸਾਡੇ ਕੋਲ ਇੰਨੇ ਐਫਰਟਸ, ਇੰਨੇ ਸੋਰਸ ਨਾ ਹੋਣ ਦੇ ਕਾਰਨ ਸਾਡੇ ਜਿਹੜੇ ਉਹ ਖੁਆਬ ਹਨ, ਉਹ ਇੱਕ ਖੁਆਬ ਬਣ ਕੇ ਹੀ ਰਹਿ ਜਾਂਦੇ। ਸਾਡੀ ਉਹ ਜ਼ਿੰਦਗੀ ਦੇ ਆਪਾਂ ਕਹ ਲਓ ਅੱਧੇ ਅਧੂਰੇ ਸੁਪਨੇ ਰਹਿ ਜਾਂਦੇ ਆ। ਬਹੁਤ ਸਾਰੇ ਬੱਚੇ ਸਕੂਲਾਂ ਜਾਂ ਕਾਲਜਾਂ ਦੇ ਵਿੱਚ ਮੈਰਿਟ 'ਚ ਚਲੇ ਜਾਂਦੇ ਹਨ, ਕਾਫੀ ਸਾਰੇ ਡ੍ਰੌਪ ਆਫ ਹੋ ਜਾਂਦੇ ਨੇ। ਪਰ ਆਮ ਅਮੂਮਨ ਜਿਹੜੇ ਸਧਾਰਨ ਬੱਚੇ ਆ, ਉਹ ਤਕਰੀਬਨ ਸਧਾਰਨ ਜਿਹੇ ਨੰਬਰ ਲੈ ਕੇ ਆਪਣੀਆਂ ਜਮਾਤਾਂ ਪਾਸ ਕਰਦੇ ਜਾਂਦੇ ਹਨ। ਜਿਹੜੀਆਂ ਦੋ ਕੈਟਾਗਰੀਆਂ ਨੇ, ਇੱਕ ਜਿਹੜੇ ਡ੍ਰੌਪ ਆਫ ਹੋ ਰਹੇ, ਇੱਕ ਜਿਹੜੇ ਮੈਰਿਟ 'ਚ ਆ ਰਹੇ।
ਉਹਨਾਂ ਦੇ ਵਿੱਚ ਪੇਰੈਂਟਲ ਰੋਲ ਕਿੰਨਾ ਕੁ ਮਾਂ-ਬਾਪ ਦਾ ਉਹਨਾਂ ਨੂੰ ਉਸ ਪੋਜੀਸ਼ਨ 'ਚ, ਜਾਂ ਕਹ ਲਓ ਮੈਂ ਜਿਸ ਤਰ੍ਹਾਂ ਪਹਿਲਾਂ ਹੀ ਗੱਲ ਜ਼ਿਕਰ ਕੀਤੀ ਹੈ, ਕੋਈ ਮਾਂ-ਬਾਪ ਨਹੀਂ ਚਾਹੁੰਦਾ ਕਿ ਉਹਨਾਂ ਦਾ ਬੱਚਾ ਡ੍ਰੌਪ ਆਫ ਹੋਵੇ, ਸਕੂਲ ਤੋਂ ਬਾਹਰ ਨਿਕਲੇ, ਪਰ ਉਹ ਬੱਚੇ ਡ੍ਰੌਪ ਆਫ ਹੋ ਜਾਂਦੇ ਆ, ਜਾਂ ਕਹ ਲਓ ਬਦਕਿਸਮਤੀ ਨਾਲ ਕਹਿ ਲਓ। ਇਹਦੇ ਵਿੱਚ ਮਾਂ-ਬਾਪ ਦੀ ਲੀਡਰਸ਼ਿਪ ਕਿੰਨੀ ਕੁ ਫੇਲ ਹੁੰਦੀ ਹੈ? ਇਹ ਤੁਸੀਂ ਜਿਹੜਾ ਮਤਲਬ ਬੱਚਿਆਂ ਦਾ ਗ੍ਰੇਡ 12 ਤੋਂ ਤੱਕ ਡ੍ਰੌਪ ਹੋਣਾ ਜੀ ਜਾਂ ਬੱਚਿਆਂ ਦਾ ਸਕੂਲ ਦੇ ਵਿੱਚ ਹੋਮਵਰਕ ਪ੍ਰੋਪਰ ਨਾ ਕਰਨਾ, ਉਹਨਾਂ ਦੇ ਫੇਲੀਅਰਸ ਤੇ ਉਹਨਾਂ ਦੀ ਸਕਸੈਸ ਵਿੱਚ the parents are the main playing the main role in their life। ਉਹ ਪੁੱਛੋ ਕਿਉਂ? ਹੁਣ ਦੇਖੋ ਮਾਂ-ਬਾਪ ਕੰਮਾਂ ਕਾਜਾਂ ਵਿੱਚ ਇੰਨੇ ਬਿਜ਼ੀ ਹੋਣ ਕਰਕੇ ਉਹ ਪੂਰੀ ਤਵੱਜੋ ਬੱਚਿਆਂ ਨਾਲ ਨਹੀਂ ਦੇ ਸਕਦੇ, ਉਹਨਾਂ ਨਾਲ ਪੂਰਾ ਟਾਈਮ ਸਪੈਂਡ ਨਹੀਂ ਕਰ ਸਕਦੇ। ਉਹ ਕਦੀ ਸਕੂਲ ਵਿੱਚ ਜਾ ਕੇ ਟੀਚਰ ਦੇ ਨਾਲ ਜਿਹੜੀਆਂ ਮੀਟਿੰਗਾਂ ਹੁੰਦੀਆਂ ਹਨ ਵੀਕਲੀ, ਮੰਥਲੀ, 3 ਮੰਥਸ, ਉਹਨਾਂ ਨੇ ਕਦੀ ਜਾ ਕੇ ਉਹ ਮੀਟਿੰਗਾਂ ਵਿੱਚ ਹਿੱਸਾ ਨਹੀਂ ਲਿਆ ਹੁੰਦਾ। ਉਹਦੇ 2 ਰੀਜ਼ਨ ਹਨ। ਇੱਕ ਮਾਂ-ਬਾਪ ਦੇ ਅੰਦਰ ਸੈਲਫ ਕੌਨਫੀਡੈਂਸ ਵੀ ਨਹੀਂ ਹੈ ਕਿ ਮੈਂ ਟੀਚਰ ਨਾਲ ਜਾ ਕੇ ਉਹਨੇ ਅੰਗਰੇਜ਼ੀ ਬੋਲੀ ਤੇ ਮੈਂ ਉਹਦਾ ਪ੍ਰੋਪਰ ਜਵਾਬ ਨਾ ਦਿੱਤਾ ਤੇ ਮੇਰੀ ਸੋਸਾਇਟੀ ਵਿੱਚ ਮੇਰੀ ਇਨਸਲਟ ਨਾ ਹੋ ਜਾਏ। ਉਹ ਆਪਣੀ ਕਮੀ ਨੂੰ ਛੁਪਾਉਣ ਦੇ ਕਾਰਨ ਉਹਨੇ ਨੇ ਇੰਟਰੈਕਟ ਹੀ ਨਹੀਂ ਬੱਚੇ ਦੇ ਟੀਚਰ ਦੇ ਨਾਲ ਹੋਣ ਦਿੱਤਾ। ਲੈਕ ਆਫ ਕਮਿਊਨੀਕੇਸ਼ਨ ਦੂਜੇ ਪਾਸੇ ਜਿਹੜੇ ਬੱਚੇ ਮੰਜ਼ਲਾਂ ਤੇ ਪਹੁੰਚ ਜਾਂਦੇ ਹਨ, ਉਹਨਾਂ ਦੇ ਮਾਂ-ਬਾਪ ਦੇ ਅੰਦਰ ਹੀ ਇੰਨਾ ਕੌਨਫੀਡੈਂਸ ਹੁੰਦਾ ਹੈ, ਉਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਅਸੀਂ ਅੱਜ ਬੱਚੇ ਨੂੰ ਕੱਲ ਨੂੰ ਕਿੱਥੇ ਦੇਖਣਾ, ਉਹਦੇ ਵਾਸਤੇ ਕੀ ਕੀ ਰਿਕੁਆਇਰਮੈਂਟ ਹਨ, ਉਹਨਾਂ ਦੇ ਉੱਤੇ ਉਹਨਾਂ ਦੀ ਨਜ਼ਰ, ਉਹਨਾਂ ਦੀ ਸਪੋਰਟ ਹਰ ਦਮ ਉਹ ਬੱਚਿਆਂ ਦੇ ਨਾਲ ਰਹਿੰਦੀ ਹੈ। ਹੁਣ ਦੇਖੋ, ਇੱਕ ਬੱਚਾ ਹੈ, ਉਹ ਆਪਣਾ ਰੂਮ ਸਾਫ਼ ਕਰਕੇ ਆ ਕੇ ਆਪਣੀ ਮਾਂ ਨੂੰ ਕਹਿੰਦਾ ਹੈ, ਮਾਤਾ ਜੀ ਮੈਂ ਮੰਮੀ ਜੀ ਭੱਜ ਕੇ ਆਉਂਦਾ ਬੜੀ ਖੁਸ਼ੀ ਨਾਲ, ਮੰਮੀ ਮੈਂ ਆਪਣਾ ਰੂਮ ਬੜਾ ਅੱਛੀ ਤਰ੍ਹਾਂ ਕਲੀਨ ਕਰ ਲਿਆ ਹੈ। ਹੁਣ ਦੇਖੋ, ਮਾਂ ਦੀ ਆਪਣੀ ਕੁਆਲਿਟੀ ਆਫ ਮੈਨਰਸ ਲਾ ਲਓ, ਜਾਂ ਉਹਦਾ ਸੈਲਫ ਕੌਨਫੀਡੈਂਸ ਲਾ ਲਓ, ਜਾਂ ਉਹਦਾ ਆਪਣਾ ਬੱਚੇ ਨਾਲ ਇੰਟਰਸਟ ਲਾ ਲਓ। ਜੇ ਤੇ ਉਹ ਮਾਂ ਨੇ ਸੈਲਫੋਨ ਤੇ ਬੈਠੇ ਹੋਏ ਨੇ ਜਾਂ ਪਿਤਾ ਜੀ ਸੈਲਫੋਨ ਤੇ ਬੈਠੇ ਹੋਏ ਨੇ, ਜੇ ਤੇ ਉਹਨਾਂ ਨੇ ਉੱਥੇ ਮੈਸੇਜ ਦੇ ਦਿੱਤਾ ਬੱਚੇ ਨੂੰ, ਓਕੇ ਆਈ ਵਿਲ ਬੀ देयर ਲੇਟਰ ਆਨ, ਹੁਣ ਬੱਚਾ ਉਹ ਆਪਣੇ ਕੰਮ 'ਚ ਬਿਜ਼ੀ ਹੈ, ਲੇਕਿਨ ਬੱਚੇ ਨੇ ਜਿਹਨੇ ਟਾਈਮ ਸਪੈਂਡ ਕੀਤਾ ਹੈ, ਆਪਣਾ ਰੂਮ ਸਾਫ਼ ਕੀਤਾ ਹੈ, ਉਹਨੂੰ ਇਹ ਹੋਏਗਾ ਕਿ ਨੋਬਡੀ believe me, nobody trust me, nobody love me, I put extra efforts to clean my room but nobody care about me, there is no appreciation। ਹੁਣ ਬਜਾਏ ਕਿ ਮਾਂ ਉਹ ਕੰਮ ਛੱਡ ਕੇ ਤੇ ਬੱਚੇ ਦੇ ਨਾਲ ਜਾ ਕੇ ਐਪਰੀਸ਼ੀਏਟ ਕਰਦੀ ਕਿ ਬੱਚੇ ਦੇਖ ਯੂ ਡਿਡ ਅ ਗ੍ਰੇਟ ਜੌਬ, ਲੱਗਣ ਤਾਂ ਇੱਕਦਮ ਮਿੰਟ ਹੀ ਸੀ, ਤੇ ਉਹ ਸੈੱਲਫੋਨ ਦੇ ਉੱਤੇ ਗੱਲ ਬਾਅਦ ਵਿੱਚ ਵੀ ਹੋ ਸਕਦੀ ਸੀ, ਜਾਂ ਉਹਨਾਂ ਨੂੰ ਇਹ ਵੀ ਕਹਿ ਸਕਦੀ ਸੀ ਬੱਚੇ ਨੂੰ ਟਾਈਮ ਤੇ ਕਿ ਬੇਟੇ ਗਿਵ ਮੀ 2 ਮਿੰਟ, ਲੈਟ ਮੀ ਫਿਨਿਸ਼ ਦਿਸ ਫੋਨ ਕਾਲ ਐਂਡ ਦੈਨ ਆਈ ਵਿਲ ਬੀ ਵਿਦ ਯੂ। ਉਹਦੇ ਨਾਲ ਬੱਚਾ ਵੇਟ ਕਰਦਾ ਕਿ ਮੇਰੀ ਮਾਂ ਹੁਣ ਆ ਰਹੀ ਹੈ, ਮੇਰਾ ਰੂਮ ਦੇਖੇਗੀ। ਹੁਣ ਦੇਖੋ, ਉਹੀ ਜਿਹੜੇ ਬੱਚੇ ਮੰਜ਼ਲਾਂ ਦੇ ਉੱਤੇ ਮੰਜ਼ਲਾਂ ਮਾਰਦੇ ਹਨ, ਅੱਛੀਆਂ ਮੰਜ਼ਲਾਂ ਤੇ ਪਹੁੰਚਦੇ ਹਨ, ਉਹ ਮਾਂ-ਬਾਪ ਦੀ ਖੁਦ ਦੀ ਪਰਸਨੈਲਿਟੀ, ਉਹਨਾਂ ਦੀ ਸਪੋਰਟ, ਉਹਨਾਂ ਦਾ ਮਤਲਬ ਹੌਸਲਾ ਬੱਚਿਆਂ ਨੂੰ ਦੇਣਾ ਇੱਕ ਮੰਜ਼ਿਲ ਦੇ ਉੱਤੇ ਪਹੁੰਚਾਉਣ ਵਿੱਚ ਬਹੁਤ ਸਹਾਈ ਹੁੰਦਾ। ਇਸ ਦੇ ਨਾਲ ਜੁੜਦਾ ਹੀ ਸਵਾਲ ਇੱਕ ਹੋਰ ਹੈ ਜੀ, ਜਿਨ੍ਹਾਂ ਵੇਲਿਆਂ 'ਚ ਆਪਾਂ ਪਲੇ ਹਾਂ ਜਾਂ ਤੁਸੀਂ ਤੁਹਾਡੀ ਪਰਵਰਿਸ਼ ਹੋਈ ਹੈ ਜਾਂ ਸਾਡੀ ਹੋਈ ਹੈ, ਉਹਨਾਂ ਵੇਲਿਆਂ 'ਚ ਤੱਕ ਮਾਂ-ਬਾਪ ਇੱਕ ਯੂਨਾਈਟਿਡ ਫੈਮਿਲੀ ਦੇ ਵਿੱਚ ਰਹਿੰਦੇ ਸਨ, ਸਾਂਝੇ ਪਰਿਵਾਰ ਹੋਇਆ ਕਰਦੇ ਸਨ, ਅਤੇ ਸਾਂਝੇ ਪਰਿਵਾਰਾਂ ਦੇ ਪਾਲਣ ਪੋਸ਼ਣ 'ਚ ਬੇਬੀ ਸਿਟਿੰਗ ਵਾਲਾ ਜਿਹੜਾ ਆਪਾਂ ਕਹਿ ਲਈਏ ਬੇਬੀ ਸਿਟਰ ਨਾਂ ਦੀ ਕੋਈ ਜੋਬ ਐਗਜ਼ਿਸਟ ਨਹੀਂ ਸੀ ਕਰਦੀ, ਕਿਉਂਕਿ ਅਸੀਂ ਦਾਦਾ ਦਾਦੀ ਜਾਂ ਕਹਿ ਲਓ ਤਾਇਆ ਤਾਈ ਜੀ, ਚਾਚਾ ਚਾਚੀ ਜੀ ਦੇ ਬੱਚਿਆਂ ਦੇ ਨਾਲ ਹੀ ਪਲੇ ਹਾਂ। ਪਰ ਜਿਹੜੇ ਅਜੋਕੇ ਸਿੰਗਲ ਫੈਮਲੀਜ਼ ਬਣ ਗਈਆਂ ਨੇ ਸਾਡੀਆਂ, ਹੁਣ ਹਰ ਬੱਚਾ ਵਿਆਹ ਹੋਣ ਤੋਂ ਉਪਰੰਤ ਆਪਣੀ ਇੱਕ ਪ੍ਰਾਈਵੇਟ ਲਾਈਫ ਜਿਉਂਦਾ। ਕੁਦਰਤੀ ਗੱਲ ਹੈ, ਜਦੋਂ ਬੱਚੇ ਹੁੰਦੇ ਆ ਤੇ ਉਹਨਾਂ ਕੋਲ ਕੇਵਲ ਮਾਂ-ਬਾਪ ਹੀ ਹੁੰਦੇ ਨੇ। ਬਹੁਤ ਭਾਗਾਂ ਵਾਲੇ ਪਰਿਵਾਰ ਹੋਣਗੇ ਜਿਨ੍ਹਾਂ ਵਿੱਚ ਦਾਦਾ ਦਾਦੀ ਜਾਂ ਨਾਨੀ ਉਹਨਾਂ ਦੇ ਨਾਲ ਰਹਿੰਦੇ ਆ, ਪਰ ਜ਼ਿਆਦਾਤਰ ਖਾਸ ਕਰ ਜਿਹੜੀ ਸੋਸਾਇਟੀ 'ਚ ਅਸੀਂ ਵਿਚਰਦੇ ਹਾਂ, ਕੈਨੇਡਾ, ਅਮਰੀਕਾ ਵਰਗੇ ਮੁਲਕਾਂ ਜਾਂ ਇੰਗਲੈਂਡ ਵਰਗੇ ਮੁਲਕਾਂ ਦੇ ਵਿੱਚ, ਵਿਦੇਸ਼ਾਂ ਦੇ ਵਿੱਚ, ਤੇ ਸਾਡੀ ਕੁਝ ਮਜਬੂਰੀਆਂ ਕਰਕੇ, ਕੁਝ ਸਰਕਾਰੀ ਕਾਨੂੰਨਾਂ ਕਰਕੇ ਵੀ ਕਹਿ ਲਓ ਵੀ ਮਾਂ-ਬਾਪ ਸਾਡੇ ਨਾਲ ਨਹੀਂ ਵੀ ਹੁੰਦੇ, ਤੇ ਜ਼ਿਆਦਾਤਰ ਬੱਚੇ ਅਸੀਂ ਕੰਮਾਂ ਕਾਰਾਂ 'ਤੇ ਜਦੋਂ ਜਾਂਦੇ ਹਾਂ, ਕਿਉਂਕਿ ਇੱਥੇ ਲਾਈਫ ਕਾਫੀ ਹਾਰਡ ਨੇ, ਆਪਾਂ ਜਾਣਦੇ ਹਾਂ ਕਿ ਉਹਨਾਂ ਨੂੰ ਦੋਨਾਂ ਨੂੰ ਸਾਰੇ ਜੀਆਂ ਨੂੰ ਹੀ ਕੰਮ ਕਰਨਾ ਪੈਂਦਾ। ਜਾਣ ਲੱਗੇ ਕੰਮਾਂ ਕਾਰਾਂ 'ਤੇ ਮਾਪੇ ਬੱਚਿਆਂ ਨੂੰ ਅਕਸਰ ਬੇਬੀ ਸਿਟਰ 'ਤੇ ਛੱਡ ਜਾਂਦੇ ਹਨ। ਕੀ ਬੇਬੀ ਸਿਟਿੰਗ ਜਿਹੜੀ ਅਸੀਂ ਕਿਰਾਏ 'ਤੇ ਕਰਵਾਉਂਦੇ ਹਾਂ, ਪਤਾ ਨਹੀਂ ਹੁੰਦਾ ਕਿਹੜੀ ਕਮਿਊਨਿਟੀ ਦੀ ਹੈ ਬੀਬੀ, ਤੇ ਜਿਹੜੇ ਉਹਨਾਂ ਨੂੰ ਸਾਂਭ ਰਹੇ ਨੇ, ਵੱਖੋ ਵੱਖਰੇ ਤਰ੍ਹਾਂ ਦੇ ਬੱਚੇ ਉੱਥੇ ਆ ਰਹੇ ਨੇ, ਜਿਸ ਸੰਗਤ ਵਿੱਚ ਉਹ ਜਾਂਦਾ, ਤੇ ਉਹਨਾਂ ਦਾ ਇੰਟਰਸਟ ਵੀ ਕੇਵਲ ਬੱਚੇ ਦਾ ਟਾਈਮ ਪਾਸ ਕਰਾਉਣਾ ਹੀ ਹੁੰਦਾ। ਕੀ ਬੱਚੇ ਦੀ ਸ਼ਖਸੀਅਤ 'ਤੇ ਆਉਣ ਵਾਲੇ ਸਮੇਂ ਵਿੱਚ ਇਹਦਾ ਕੋਈ ਚੰਗਾ ਜਾਂ ਬੁਰਾ ਅਸਰ ਪੈਂਦਾ?
ਤੁਸੀਂ ਦੇਖੋਗੇ ਜੇ ਬੈਕਗ੍ਰਾਉਂਡ ਵਿੱਚ ਤੁਸੀਂ ਜਾ ਕੇ ਦੇਖੋ, ਉਹੀ ਬੱਚੇ ਮੰਜ਼ਲਾਂ ਤੇ ਪਹੁੰਚੇ ਹਨ, ਉਹੀ ਬੱਚੇ ਚੰਗੇ ਜ਼ਿੰਦਗੀ ਵਿੱਚ ਕਾਮਯਾਬ ਹੋਏ ਹਨ ਜਿਨ੍ਹਾਂ ਨੂੰ ਪਰਿਵਾਰਿਕ ਮਾਂ-ਬਾਪ ਦਾ ਯੋਗਦਾਨ ਫੁੱਲ ਰੂਪ ਵਿੱਚ ਮਿਲਿਆ ਹੈ। ਹੁਣ ਦੇਖੋ, ਜਿਵੇਂ ਤੁਸੀਂ ਬੇਬੀ ਸੀਟਰ ਦੀ ਗੱਲ ਕੀਤੀ ਹੈ, ਜਿਹੜਾ ਬੱਚਾ ਜਦੋਂ ਜਨਮ ਲੈਂਦਾ ਹੈ, ਬੱਚੇ ਦਾ ਦਿਮਾਗ ਕਹਿੰਦੇ ਨੇ ਸਲੇਟ ਵਾਂਗੂ ਕੋਰਾ ਹੁੰਦਾ ਹੈ। ਉਸ ਦੇ ਉੱਤੇ ਅਸੀਂ ਜੋ ਵੀ ਲਿਖਣਾ ਚਾਹੀਏ, ਅੱਛਾ ਜਾਂ ਮਾੜਾ, ਲੇਕਿਨ ਬੱਚਾ ਅਜੇ ਬਹੁਤ ਯੰਗ ਹੈ, ਬੱਚੇ ਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਇਹਦੇ ਉੱਤੇ ਕੀ ਲਿਖਿਆ ਜਾ ਰਿਹਾ ਹੈ, ਲੇਕਿਨ ਟਾਈਮ ਟੂ ਟਾਈਮ ਜੋ ਲਿਖਿਆ ਜਾ ਰਿਹਾ ਹੈ ਇਹ ਵਿਲ ਬੀ ਪਾਰਟ ਆਫ ਹਿਜ਼ ਲਾਈਫ। ਹੁਣ ਦੇਖੋ, ਜਦੋਂ ਬੱਚੇ ਨੂੰ ਅਸੀਂ 10 ਬੱਚਿਆਂ ਦੇ ਵਿੱਚ ਛੱਡ ਕੇ ਆਉਂਦੇ ਹਾਂ, ਅਸੀਂ ਮਾਂ-ਬਾਪ ਤੇ ਕੰਮ ਤੇ ਚਲੇ ਗਏ, ਹੁਣ ਦੇਖੋ ਪੇ ਅਸੀਂ ਕਰ ਰਹੇ ਹਾਂ, ਸਾਡੇ ਬੱਚੇ ਦੀ ਪਰਵਰਿਸ਼ ਕੋਈ ਹੋਰ ਕਰ ਰਿਹਾ ਹੈ। ਬਿਲਕੁਲ 8 ਘੰਟੇ ਜਿਸ ਸੁਸਾਇਟੀ ਵਿੱਚ, ਜਿਸ এনवायरमेंट ਬੱਚਾ ਰਹਿ ਰਿਹਾ ਹੈ, ਹੁਣ ਸਾਨੂੰ ਨਹੀਂ ਪਤਾ 10 ਘਰਾਂ ਦੇ ਹੋਰ ਬੱਚੇ ਉੱਥੇ ਆਏ ਹਨ, ਕਿਸੇ ਘਰ ਦਾ এনवायरमेंट ਕੀ ਹੈ, ਵੀ ਹੈਵ ਨੋ ਕਲੂ। ਪਰ ਹੋ ਸਕਦਾ ਹੈ ਸਾਡੇ ਘਰ ਦਾ এনवायरमेंट ਇਜ਼ ਦ ਬੈਸਟ এনवायरमेंट, ਪਰ ਸਾਡਾ ਬੈਸਟ ਹੋਣ ਦੇ ਬਾਵਜੂਦ ਵੀ ਸਾਡਾ ਬੱਚਾ ਤੇ ਕਿਸੇ ਹੋਰ ਬੱਚਿਆਂ ਨਾਲ ਟਾਈਮ ਗੁਜ਼ਾਰ ਰਿਹਾ ਹੈ। ਹੁਣ ਜੇ ਅਸੀਂ ਕਹੀਏ ਕਿ ਸਾਡਾ ਬੱਚਾ ਇਜ਼ ਨਾਟ ਸਪੀਕਿੰਗ ਦਾ ਰਾਈਟ ਲੈਂਗੁਏਜ, ਸਾਡਾ ਬੱਚਾ ਕਹਿਣਾ ਨਹੀਂ ਮੰਨਦਾ, ਬੱਚੇ ਕਹਿੰਦੇ ਨੇ ਮੌਂਕੀ ਸੀ ਮੌਂਕੀ ਡੂ। ਬੱਚਿਆਂ ਦਾ ਵੀ ਇੱਕ ਉਹ ਏਜ ਐਸੀ ਹੈ, ਬੂਮਿੰਗ ਏਜ, ਕਿ ਦੇ ਲਰਨ, ਦੇ ਕੈਚ ਵੈਰੀ ਫਾਸਟ ਫਰੋਮ ਈਚ ਅਦਰਸ। ਹੁਣ ਅਸੀਂ ਇਹ ਜਿਹੜੇ ਬੱਚੇ ਉਸ ਬੇਬੀ ਸਿਟਰਾਂ ਦੇ ਵਿੱਚੋਂ ਆ ਕੇ ਜਿਹੜੇ ਬਹੁਤੇ ਡ੍ਰੌਪ ਆਫ ਹੁੰਦੇ ਹਨ, ਜਿਹੜੇ ਆਪਣਾ ਹੋਮਵਰਕ ਨਹੀਂ ਕਰਦੇ, ਜਿਹੜੇ ਮਾਂ-ਬਾਪ ਉਹਨਾਂ ਨੂੰ ਮੰਜ਼ਲਾਂ ਤੇ ਨਹੀਂ ਪ੍ਰੋਪਰ ਪਹੁੰਚਾ ਸਕਦੇ, ਉਸ ਦਾ ਵਿੱਚ ਸਭ ਤੋਂ ਵੱਡਾ ਕਾਰਨ ਇੱਕ ਇਹ ਵੀ ਹੈ ਕਿ ਬੱਚਿਆਂ ਨੂੰ ਬੇਬੀ ਸਿਟਰ ਤੇ ਛੱਡਣਾ, ਉਹਨਾਂ ਦੇ ਨਾਲ ਪ੍ਰੋਪਰ ਟਾਈਮ ਸਪੈਂਡ ਨਾ ਕਰਨਾ, ਉਹਨਾਂ ਨੂੰ ਪ੍ਰੋਪਰ ਐਜੂਕੇਟ ਨਾ ਕਰਨਾ। ਵੀਰ ਜੀ, ਬੱਚਿਆਂ ਨੂੰ ਜਦੋਂ ਜਿਸ ਤਰ੍ਹਾਂ ਤੁਸੀਂ ਸਟਾਰਟਿੰਗ 'ਚ ਗੱਲ ਕੀਤੀ ਸੀ ਕਿ ਬੱਚਿਆਂ ਨੂੰ ਵਾਹਿਗੁਰੂ ਨੇ ਸਾਰੇ ਗੁਣ ਦੇਖੇ ਇਸ ਸੰਸਾਰ 'ਤੇ ਭੇਜਿਆ, ਜਦੋਂ ਬੱਚਾ ਇਸ ਸੰਸਾਰ 'ਤੇ ਆਉਂਦਾ, ਨਾ ਉਹਦੇ ਵਿੱਚ ਕੋਈ ਕਹਿ ਲਓ ਕਾਮ ਹੁੰਦਾ, ਨਾ ਕੋਈ ਕ੍ਰੋਧ ਹੁੰਦਾ, ਨਾ ਉਹਦੇ ਵਿੱਚ ਜ਼ਿਆਦਾ ਭੈੜੀ ਨਜ਼ਰ ਹੁੰਦੀ ਹੈ ਕਿਸੇ ਪ੍ਰਤੀ, ਨਾ ਉਹਦੇ ਅੰਦਰ ਕੋਈ ਲੋਭ ਹੁੰਦਾ ਵਰਤਾਰੇ ਵਿੱਚ, ਕਹਿ ਲਓ ਵੀ ਉਹਦੇ ਅੰਦਰ ਰੱਬੀ ਗੁਣ ਮੌਜੂਦ ਹੁੰਦੇ ਨੇ। ਅਕਸਰ ਕਿਹਾ ਜਾਂਦਾ ਕਿ ਭੋਲੇ ਭਾਏ ਮਿਲੇ ਰਘੁਰਾਏ। ਗੁਰਬਾਣੀ ਵੀ ਸਾਨੂੰ ਬਾਰ-ਬਾਰ ਸਾਨੂੰ ਆਪਣਾ ਬਚਪਨ ਚੇਤੇ ਕਰਾਉਂਦੀ ਹੈ ਕਿ ਤੂੰ ਬੱਚਿਆਂ ਵਰਗਾ ਸੁਭਾਅ ਧਾਰਨ ਕਰ, ਤਾਂ ਤੇਰੇ ਅੰਦਰ ਰੱਬ ਦੀ ਨੇੜਤਾ ਤੈਨੂੰ ਪ੍ਰਾਪਤ ਹੋਏਗੀ। ਪਰ ਬਾਵਜੂਦ ਇਸ ਤੇ ਜਦੋਂ ਇਹ ਸੋਸਾਇਟੀ 'ਚ ਆਉਂਦਾ, ਇੱਥੇ ਗਰੋਨ ਅਪ ਹੁੰਦਾ, ਵੱਡਾ ਹੁੰਦਾ, ਉਹਦੀ ਪਰਵਰਿਸ਼ ਹੁੰਦੀ ਹੈ, ਉਹਦੇ ਅੰਦਰ ਇਸ ਸਮਾਜ ਦੇ ਵਿੱਚੋਂ ਅਨੇਕਾਂ ਔਗਣ, ਜਿਸ ਨੂੰ ਗੁਰਮਤਿ ਅਸੀਂ ਵਿਕਾਰ ਕਹਿੰਦੇ ਹਾਂ, ਉਹ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਆ, ਅਤੇ ਹੌਲੀ ਹੌਲੀ ਉਹਦੇ ਗੁਣ ਖਿਸਕਣੇ ਸ਼ੁਰੂ ਹੋ ਜਾਂਦੇ। ਉਹਦੀ ਸ਼ਖਸੀਅਤ ਵਿੱਚੋਂ ਜਿਹੜੇ ਪ੍ਰਮਾਤਮਾ ਵੱਲੋਂ ਬਖਸ਼ੇ ਹੋਏ ਗੁਣ ਸੀ ਉਹ ਅਲੋਪ ਹੋ ਜਾਂਦੇ ਜਾਂ ਦਬ ਜਾਂਦੇ ਆ, ਅਤੇ ਔਗਣ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਆ, ਅਤੇ ਸੰਸਾਰ ਦੇ ਵਿੱਚ ਉਹਨੂੰ ਇੱਕ ਨਲਾਇਕ ਸ਼ਖਸੀਅਤ ਦੇ ਤੌਰ 'ਤੇ ਜਾਣਿਆ ਜਾਂਦਾ। ਤੁਸੀਂ ਕੀ ਸਮਝਦੇ ਹੋ, ਇਹ ਕਿਉਂ ਵਾਪਰਦਾ? ਦੇਖੋ, ਤੁਸੀਂ ਜਿਵੇਂ ਕਿਹਾ ਹੈ ਕਿ ਪਰਮਾਤਮਾ ਨੇ ਬੱਚੇ ਨੂੰ ਜਦੋਂ ਇਸ ਸੰਸਾਰ ਦੀ ਯਾਤਰਾ ਵਿੱਚ ਭੇਜਿਆ, ਉਹਨੇ ਗੁਣਾਂ ਨਾਲ ਭਰਪੂਰ ਹਰ ਗੁਣ ਉਸ ਬੱਚੇ ਦੇ ਵਿੱਚ ਮੌਜੂਦ ਦੇ ਕੇ ਇਸ ਸੰਸਾਰ ਦੀ ਯਾਤਰਾ ਵਾਸਤੇ ਭੇਜਿਆ, ਲੇਕਿਨ ਉਸ ਗੁਣਾਂ ਨੂੰ ਹੌਲੀ ਹੌਲੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਡਿਸਅਪੀਅਰ ਹੋਣ ਦਾ ਰੀਜ਼ਨ ਇਹੀ ਹੈ। ਤੁਸੀਂ ਦੇਖੋ, ਕਦੀ 6 ਮਹੀਨੇ ਦਾ ਜਾਂ 4 ਮਹੀਨੇ ਦਾ ਬੱਚਾ ਹੋਏਗਾ ਨਾ, ਬੈੱਡ ਤੇ ਪਿਆ ਹੋਇਆ, ਮਾਂ-ਬਾਪ ਕੋਲ ਜਾਏ, ਮਾੜੀ ਜੀ ਉਹਨੂੰ ਟੱਚ ਕਰਨ, ਉਹ ਕਿਲਕਾਰੀਆਂ ਮਾਰ ਕੇ ਹੱਸਦਾ ਹੈ, ਉਹ ਖੁਸ਼ੀ ਨਾਲ ਮਤਲਬ ਮਹਿਕ ਉੱਠਦਾ ਹੈ ਕਿ ਮੇਰੇ ਮਾਂ-ਬਾਪ ਮੇਰੇ ਕੋਲ ਆਏ ਹਨ। ਹੁਣ ਦੂਸਰੇ ਪਾਸੇ ਦੇਖੋ, ਗੁਣ ਜਾਂਦੇ ਕਿੱਥੇ ਹਨ, ਹੌਲੀ ਹੌਲੀ ਡਿਸਅਪੀਅਰ ਕਿੱਦਾਂ ਹੁੰਦੇ ਹਨ। ਹੁਣ ਮਾਂ-ਬਾਪ ਤੇ ਇਹ ਕਹਿੰਦਾ ਹੈ ਕਿ ਬੇਟੇ ਝੂਠ ਨਹੀਂ ਬੋਲਣਾ, ਕਿਸੇ ਨਾਲ ਨਫ਼ਰਤ ਨਹੀਂ ਕਰਨੀ, ਕਿਸੇ ਨਾਲ ਮਾੜਾ ਵਿਹਾਰ ਨਹੀਂ ਕਰਨਾ, ਤੇ ਅਜੇ ਇਹ ਅਸੀਂ ਮੈਸੇਜ ਬੱਚੇ ਨੂੰ ਦੇ ਹੀ ਰਹੇ ਹੁੰਦੇ ਆ, ਤੇ ਇੰਨੀ ਦੇਰ ਨੂੰ ਫੋਨ ਆ ਜਾਂਦਾ ਹੈ, ਤੇ ਅਸੀਂ ਉਸੇ ਬੱਚੇ ਨੂੰ ਕਹਿੰਦੇ ਆ ਫੋਨ ਨਾ ਚੱਕੀ, ਕਹਿਦੀ ਡੈਡੀ ਕਰਨੇ, ਤੇ ਬੱਚਾ ਕਨਫਿਊਜ਼ ਹੋ ਜਾਂਦਾ। ਹੁਣ ਉਹ ਬੱਚੇ ਨੂੰ ਝੂਠ ਬੋਲਣ ਦਾ ਜਿਹੜਾ ਸਟੈਪ ਸੀ, ਉਹ ਪਹਿਲੀ ਐਜੂਕੇਸ਼ਨ ਮਾਂ-ਬਾਪ ਨੇ ਦਿੱਤੀ ਜੀ। ਹੁਣ ਜੇ ਮੰਨ ਲਓ ਮੇਰੇ ਰਿਲੇਸ਼ਨਸ਼ਿਪ ਮੇਰੇ ਅੰਕਲ ਨਾਲ, ਮੇਰੇ ਬ੍ਰਦਰ ਨਾਲ, ਮੇਰੇ ਚਾਚੇ ਤਾਏ ਨਾਲ ਚੰਗੇ ਨਹੀਂ ਹੈ ਜੀ, ਤੇ ਬੱਚਿਆਂ ਨੂੰ ਵੀ ਅਸੀਂ ਇਹੀ ਸਿੱਖਿਆ ਦੇਣੀ ਹੈ ਨਾ, ਅਸੀਂ ਉਹ ਨਫ਼ਰਤਾਂ ਬੱਚਿਆਂ ਦੀ ਝੋਲੀ 'ਚ ਪਾ ਦਿੰਦੇ ਵੀ ਅਸੀਂ ਉਸ ਪਰਿਵਾਰ ਦੇ ਨਾਲ ਸੰਬੰਧ ਨਹੀਂ ਰੱਖਣੇ। ਹੁਣ ਉਹ ਨਫ਼ਰਤ ਦੀ ਜਿਹੜੀ ਸੀ ਉਹ ਵੀ ਅਸੀਂ ਉਹਨਾਂ ਦੀ ਝੋਲੀ 'ਚ ਪਾਈ। ਹੁਣ ਜੇ ਬੱਚਾ ਰੋਂਦਾ ਹੈ ਤਾਂ ਸਾਡੇ ਵਿੱਚ ਕੀ ਦੋ ਗੱਲਾਂ ਹੁੰਦੀਆਂ ਨੇ, ਜਾਂ ਤੇ ਬਿੱਲੀ ਆ ਜਾਏਗੀ ਤੇ ਜਾਂ ਉਹਨੂੰ ਭੂਤ ਆ ਜਾਏਗਾ। ਜਿਹੜਾ ਡਰ ਸੀ ਉਹ ਵੀ ਬੱਚੇ ਦੀ ਝੋਲੀ 'ਚ ਅਸੀਂ ਪਾਇਆ, ਨਫ਼ਰਤ ਅਸੀਂ ਪਾਈ, ਜਿਹੜਾ ਘਰ ਦਾ 24 ਘੰਟੇ ਦਾ ਵਾਤਾਵਰਣ ਪ੍ਰੋਡਿਊਸ ਅਸੀਂ ਕਰਨੇ ਆ, ਭਾਵੇਂ ਸਾਡੇ ਆਰਗੂਮੈਂਟਸ ਹੁੰਦੇ ਨੇ ਹਸਬੈਂਡ ਵਾਈਫ, ਜੋ ਵੀ ਨੈਗੇਟਿਵਿਟੀ ਸਾਡੇ ਘਰ 'ਚ ਕ੍ਰੀਏਟ ਹੁੰਦੀ ਹੈ, ਉਹ ਓਬਜ਼ਰਵ ਕਰ ਰਿਹਾ ਬੱਚਾ। ਉਹ ਜੋ ਕੁਝ ਵੀ ਅਬਜ਼ਰਵ ਕਰ ਰਿਹਾ ਹੈ, ਉਹ ਹੌਲੀ ਹੌਲੀ ਇਜ਼ ਅ ਪਾਰਟ ਆਫ ਹਿਸ ਲਾਈਫ। ਚਾਹੇ ਉਹ ਲੜਾਈ ਝਗੜਾ ਮਾਂ-ਬਾਪ ਦਾ ਹੋਵੇ, ਚਾਹੇ ਲੜਾਈ ਝਗੜਾ ਹੋ ਦਾਦਾ
ਤੇ ਪਿਓ ਦੀ ਹੋਵੇ, ਚਾਹੇ ਦਾਦੀ ਤੇ ਮਾਂ ਦੀ ਹੋਵੇ, ਨੂੰਹ ਸੱਸ ਦੀ ਲੜਾਈ ਕਹ ਲਓ, ਇਹ ਸਾਰੀਆਂ ਇੰਪੈਕਟ ਕਰ ਰਹੀਆਂ ਮੀਨਸ ਟੂ ਸੇ ਕਿ ਬੱਚਿਆਂ ਦੇ ਉਹਨਾਂ ਦੇ ਸੁਭਾਅ ਤੇ ਇਹ ਚੀਜ਼ਾਂ ਗਹਿਰਾ ਅਸਰ ਪਾਉਂਦੀਆਂ ਨੇ। ਬਿਲਕੁਲ, ਬਹੁਤ ਉਹ ਜਿਹੜਾ ਗਹਿਰਾ ਅਸਰ ਬਚਪਨ ਦੇ ਵਿੱਚ ਪਿਆ ਹੁੰਦਾ ਹੈ, ਬੱਚਾ ਉਹਦੇ ਨਾਲ ਹੀ ਗਰੋ ਹੁੰਦਾ ਹੈ। ਹੁਣ ਦੇਖੋ ਅਸੀਂ ਇੰਡੀਆ ਤੋਂ ਆਏ ਹਾਂ ਜੀ, ਇੰਡੀਆ ਦਾ ਮਾਹੌਲ, ਵਾਤਾਵਰਣ ਤੇ ਇੱਥੋਂ ਦੇ ਬੱਚਿਆਂ ਦੀ ਪਰਵਰਿਸ਼ ਵਿੱਚ ਵਾਤਾਵਰਣ ਤੇ ਮਾਹੌਲ ਟੋਟਲੀ ਡਿਫਰੈਂਟ ਹੈ। ਹੁਣ ਇੱਥੋਂ ਦੇ ਬੱਚੇ ਜਿਹੜੇ ਹਨ ਉਹ ਪ੍ਰਮਾਤਮਾ ਦੇ ਗੁਣਾਂ ਨੂੰ ਅਜੇ ਵੀ ਹੋਲਡ ਕਰੀ ਬੈਠੇ ਹਨ, ਉਹਨਾਂ 'ਚ ਸੱਚਾਈ ਹੈ, ਉਹਨਾਂ 'ਚ ਕਿਸੇ ਤਰ੍ਹਾਂ ਦੀ ਰੂਪ ਰੇਖਾ ਨਹੀਂ ਆ ਕਿ ਆ ਕਾਲਾ ਹੈ ਜਾਂ ਗੋਰਾ ਹੈ ਜਾਂ ਵਾਈਟ ਹੈ, ਰੰਗ ਨਸਲ ਭੇਦ ਤੋਂ ਉੱਤੇ ਉਹ ਓਨੈਸਟ ਨੇ। ਬਿਲਕੁਲ, ਉਹਦਾ ਰੀਜ਼ਨ ਇਹ ਹੈ ਕਿ ਉਹਨਾਂ ਨੂੰ ਸੁਸਾਇਟੀ ਚੋਂ ਗਿਰਦਾ ਇੱਥੇ ਉਦਾਂ ਦਾ ਮਿਲਿਆ ਹੈ, ਇਕੁਐਲਿਟੀ ਦਾ ਉਹਨਾਂ ਨੂੰ ਵਾਤਾਵਰਣ ਮਿਲਿਆ, ਬਰਾਬਰਤਾ ਵਾਲੀ। ਉੱਥੇ ਜਿਹੜਾ ਵਾਤਾਵਰਣ ਉਹ ਟੋਟਲੀ ਡਿਫਰੈਂਟ ਹੈ। ਉੱਥੇ ਜਾਨੀ ਇੱਕ ਓਂਕਾਰ ਦਾ ਸਬਕ ਤਾਂ ਸਿਖਾਇਆ ਜਾਂਦਾ, ਪਰ ਇੱਕ ਓਂਕਾਰ ਨੂੰ ਮੰਨਿਆ ਨਹੀਂ ਜਾਂਦਾ। ਉੱਥੇ ਜਿਵੇਂ ਆਪਾਂ ਕਹਿੰਦੇ ਨਾ ਕਿ ਗੁਰੂ ਨੂੰ ਤੇ ਅਸੀਂ ਮੰਨਨੇ ਆ ਤੇ ਗੁਰੂ ਦੀ ਗੱਲ ਨੂੰ ਨਹੀਂ ਮੰਨਦੇ, ਗੁਰੂ ਦੀ ਸਿੱਖਿਆ ਨੂੰ ਨਹੀਂ ਤਾਂ ਸਿੱਖਿਆ ਨੂੰ ਨਹੀਂ ਤਾਂ। ਇੱਥੇ ਜਿਹੜੇ ਯੂਨੀਵਰਸਲ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੇ ਦੇਖਿਆ ਜਾਵੇ ਤਾਂ ਯੂਨੀਵਰਸਲ ਪ੍ਰਿੰਸੀਪਲ ਨੇ ਉਹਦੇ ਵਿੱਚ, ਜੋ ਸਾਨੂੰ ਗੁਰੂ ਪਾਤਸ਼ਾਹ ਸਿੱਖਿਆ ਦਿੰਦੇ ਆ, ਉਹ ਚਾਹੇ ਕੋਈ ਆਸਤਕ ਹੈ, ਚਾਹੇ ਨਾਸਤਕ ਹੈ, ਚਾਹੇ ਕੋਈ ਅਮੀਰ ਹੈ, ਚਾਹੇ ਗਰੀਬ ਹੈ, ਚਾਹੇ ਗੋਰਾ ਜਾਂ ਕਾਲਾ, ਇੰਡੀਆ 'ਚ ਹੈ, ਪਾਕਿਸਤਾਨ 'ਚ ਜਾਂ ਕੈਨੇਡਾ 'ਚ ਜਾਂ ਅਮਰੀਕਾ 'ਚ, ਉਹਦੇ ਤੇ ਬਰਾਬਰ ਸਰਵਕਾਲੀ ਸਰਵਦੇਸ਼ੀ ਉਹ ਸਿੱਖਿਆ ਲਾਗੂ ਹੁੰਦੀ ਹੈ, ਕਿਉਂਕਿ ਉਹ ਯੂਨੀਵਰਸਲ ਟਰੁੱਥ ਨੇ। ਦੈਟਸ ਟਰੂ, ਯਾ ਬਿਲਕੁਲ ਸਹੀ ਗੱਲ। ਉਹਦੇ ਵਿੱਚੋਂ ਕਹਿ ਲਓ ਜਾਂ ਉਦੋਂ ਬਿਨਾਂ ਵੀ ਜਿੱਥੇ ਜਿੱਥੇ ਵੀ ਗੁਰਬਾਣੀ ਦੇ ਅਨੁਸਾਰ ਕਹਿ ਲਓ ਜਿਹੜੇ ਟਰੁਥਫੁਲਨੈਸ ਆ ਜਾਂ ਇਮਾਨਦਾਰੀ ਦੀ ਗੱਲ ਆ, ਓਨੈਸਟੀ ਦੀ ਗੱਲ ਆ, ਸੱਚ ਤੇ ਰਹਿਣ ਦੀ ਗੱਲ ਆ, ਜਾਂ ਸੱਚਾ ਵਿਹਾਰ ਕਰਨ ਦੀ ਗੱਲ ਆ, ਬਰਾਬਰਤਾ ਤੇ ਚੱਲਣ ਦੀ ਗੱਲ ਆ, ਚੰਗੇ ਬਿਹੇਵੀਅਰ ਨੂੰ ਧਾਰਨ ਕਰਨ ਦੀ ਗੱਲ ਆ, ਇਸ ਦੀ ਮਾਨਤਾ, ਇਹਦੀ ਰਿਸਪੈਕਟ ਸਾਰੀ ਦੁਨੀਆ 'ਚ ਸਾਰੇ ਦਿੰਦੇ ਆ, ਸਾਰੇ ਮੰਨਦੇ ਆ ਵੀ ਇਹ ਗੁਣ ਹੋਣੇ ਚਾਹੀਦੇ ਆ। ਉਹ ਵੱਖਰੀ ਗੱਲ ਆ ਕਿਤੇ ਨਾ ਕਿਤੇ ਜਾ ਕੇ ਕੋਈ ਨਾ ਕੋਈ ਕਿਸੇ ਗੱਲ ਤੋਂ ਢਿੱਲਾ ਹੋ ਸਕਦਾ, ਪਰ ਐਕਸੈਪਟੈਂਸ ਸਾਰੇ ਜਗ੍ਹਾ ਹੀ ਹੈ, ਰਿਸਪੈਕਟ ਦੀ, ਇਹਨਾਂ ਗੁਣਾਂ ਦੀ ਸਾਰੇ ਜਗ੍ਹਾ ਹੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਗੁਰਬਾਣੀ ਸਾਨੂੰ ਗੁਣਾਂ ਨੂੰ ਸਾਂਝੇ ਕਰਨ ਦੀ ਤੇ ਔਗੁਣਾਂ ਨੂੰ ਛੱਡਣ ਦੀ ਗੱਲ ਕਹਿੰਦੀ ਹੈ। ਸਾਂਝ ਕਰੀਜੇ ਗੁਣਾ ਕੀਰੀ, ਛੋੜ ਔਗੁਣ ਚੱਲੀਏ। ਇੱਕ ਮੇਰਾ ਅਗਲਾ ਸਵਾਲ ਹੈ ਜੀ, ਜਿਹੜੀ ਫੇਲ ਹੁੰਦੀ ਹੈ ਜਾਂ ਪਾਸ ਹੁੰਦੀ ਹੈ ਸੋਸਾਇਟੀ ਜਾਂ ਮਾਪੇ ਲਾ ਲਓ, ਉਹ ਲੀਡਰਸ਼ਿਪ ਹੁੰਦੀ ਹੈ। ਜੇ ਸਾਡੇ ਕੌਮ ਦੀ ਵੀ ਗੱਲ ਕਰੀਏ ਜਾਈਏ, ਅਸੀਂ ਅਕਸਰ ਇਹ ਗੱਲ ਕਹਿੰਦੇ ਜੀ ਅਸੀਂ ਅੱਗੇ ਨਾਲੋਂ ਬਹੁਤ ਪਿੱਛੇ, ਕੌਮ ਬਹੁਤ ਪਿੱਛੇ ਹੋ ਗਈ ਹੈ, ਤਾਂ ਅਕਸਰ ਫੇਲਰ ਉਹਦੇ 'ਚ ਅਸੀਂ ਲੀਡਰਸ਼ਿਪ ਦਾ ਹੀ ਕੱਢਦੇ ਹਾਂ ਵੀ ਲੀਡਰਸ਼ਿਪ ਮਾੜੀ ਸੀ ਤਾਂ ਕੌਮ ਫੇਲ ਹੋਈ ਆ। ਕੌਮ ਦੇ ਬੰਦੇ ਤਾਂ ਕੰਮ ਕਰਨ ਨੂੰ ਤਿਆਰ ਸੀ, ਜੇ ਉਹਨਾਂ ਨੂੰ ਮਿਸਲੀਡ ਕੀਤਾ ਗਿਆ ਉਹ ਗਲਤ ਪਾਸੇ ਚਲੇ ਗਏ। ਇਸੇ ਢੰਗ ਨਾਲ ਜੇ ਅਸੀਂ ਬੱਚਿਆਂ ਬਾਰੇ ਵੀ ਗੱਲ ਕਰੀਏ ਤਾਂ ਕੀ ਉਹਨਾਂ 'ਚ ਵੀ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਉਹਦੇ ਵਿੱਚ ਮਾਂ-ਬਾਪ ਦੀ ਲੀਡਰਸ਼ਿਪ ਫੇਲ ਹੁੰਦੀ ਹੈ, ਜਿਹੜੇ ਬੱਚੇ ਨਲਾਇਕ ਨਿਕਲਦੇ ਨੇ। ਦੂਸਰੇ ਪਾਸੇ ਜਿਹੜੇ ਬੱਚੇ ਸਫਲ ਹੁੰਦੇ ਆ, ਮੈਰਿਟਾਂ 'ਚ ਆਉਂਦੇ ਆ, ਕਾਮਯਾਬ ਹੁੰਦੇ ਆ, ਉੱਥੇ ਉਹਨਾਂ ਦੇ ਮਾਂ-ਬਾਪ ਦੀ ਲੀਡਰਸ਼ਿਪ ਹੀ ਹੈ ਜਿਹੜੀ ਉਹਨਾਂ ਨੂੰ ਉਸ ਲੈਵਲ ਤੇ ਲੈ ਕੇ ਜਾਂਦੀ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਲੀਡਰਸ਼ਿਪ ਵੇਖੋ ਜੀ, ਹਰ ਜ਼ਿੰਦਗੀ ਦਾ ਇੱਕ ਅਹਿਮ ਰੋਲ ਅਦਾ ਕਰਦੀ ਹੈ, ਭਾਵੇਂ ਉਹ ਲੀਡਰਸ਼ਿਪ ਪੋਲੀਟੀਕਲ ਲਾਈਨ ਵਿੱਚ ਹੈ ਜੀ, ਭਾਵੇਂ ਉਹ ਤੁਹਾਡੀ ਘਰੇਲੂ ਜੀਵਨ ਵਿੱਚ ਹੈ, ਭਾਵੇਂ ਆਪਾਂ ਫੈਕਟਰੀਆਂ ਵਿੱਚ ਜਾਂਦੇ ਹਾਂ, ਉੱਥੇ ਵੀ ਜੇ ਚੰਗਾ ਸੁਪਰਵਾਈਜ਼ਰ ਹੋਵੇ, ਚੰਗਾ ਪਲਾਂਟ ਮੈਨੇਜਰ ਹੋਵੇ, ਚੰਗਾ ਮੈਂਟਰ ਹੋਵੇ, ਉੱਥੋਂ ਦਾ এনवायरमेंट ਟੋਟਲੀ ਡਿਫਰੈਂਟ ਹੋਵੇ। ਬਿਲਕੁਲ। ਕਹਿੰਦੇ ਨੇ ਕਿ ਜਿਹੜੀ ਪਹਿਲੀ ਪੋਜੀਸ਼ਨ ਹੈ ਉਹ ਹੈ, ਮਤਲਬ ਇੱਕ ਤੁਹਾਡੇ ਕੋਲ ਪਾਵਰ ਹੈ, ਮੰਨ ਲਓ ਯੂ ਆਰ ਅ ਸੁਪਰਵਾਈਜ਼ਰ ਇਨ ਦਾ ਕੰਪਨੀ। ਹੁਣ ਸੁਪਰਵਾਈਜ਼ਰ ਦੀ ਗੱਲ ਭਾਵੇਂ ਉਹਨੂੰ EMPLOYEES ਲਾਈਕ ਕਰਨ ਚਾਹੇ ਭਾਵੇਂ ਨਾ ਕਰਨ, ਬਿਕਾਜ਼ ਉਹਨਾਂ ਦੇ ਉੱਤੇ ਕੋਈ ਅਥਾਰਟੀ ਹੈ, ਉਹ ਅਥਾਰਟੀ ਦੀ ਗੱਲ ਮੰਨਣੀ ਉਹਨਾਂ ਨੂੰ ਪੈਗੀ। ਉਹਨਾਂ ਦੀ એનર્ਜੀ, ਉਹਨਾਂ ਦੀ ਪੋਜ਼ਿਟਿਵਿਟੀ ਭਾਵੇਂ ਉਹਦੇ ਨਾਲ ਨਾ ਹੋਵੇ, ਪਰ ਐਜ਼ ਅ ਅਥਾਰਟੀ ਦੇ ਬਲੀਵ ਇਨ ਹਿਮ। ਹੁਣ ਜਿਹੜੀ ਮਾਂ-ਬਾਪ ਦੇ ਉੱਤੇ ਗੱਲ, ਤੇ ਆਪਾਂ ਇੱਕ ਬੱਚਿਆਂ ਦੀ ਗੱਲ ਕਰ ਰਹੇ ਹਾਂ ਕਿ ਮਾਂ-ਬਾਪ ਇੱਕ ਸ਼ੀਸ਼ਾ ਹੈ ਬੱਚਿਆਂ ਵਾਸਤੇ, ਉਹਨਾਂ ਵਾਸਤੇ ਦਰਪਣ ਹੈ। ਬਿਲਕੁਲ, ਬੱਚਿਆਂ ਨੇ ਉਹੀ ਅਡਾਪਟ ਕਰਨਾ ਹੈ, ਕਿਉਂਕਿ ਐਜੂਕੇਸ਼ਨ ਸਟਾਰਟ ਫਰੋਮ ਯੂਰ ਓਨ ਡੋਰ। ਜੀ, ਸਕੂਲ ਦੀ ਐਜੂਕੇਸ਼ਨ ਬਾਅਦ ਵਿੱਚ ਆਣੀ ਹੈ, ਲੇਕਿਨ ਪਹਿਲਾਂ ਉਹਨਾਂ ਨੇ ਘਰ ਦੇ ਵਾਤਾਵਰਣ ਨੂੰ ਅਡਾਪਟ ਕਰਨਾ ਹੈ। ਹੁਣ ਦੇਖੋ, ਇੱਕ ਮਾਂ-ਬਾਪ ਦੀ ਗੱਲਬਾਤ ਕਰਨ ਦਾ, ਹਸਬੈਂਡ ਵਾਈਫ ਦੀ ਗੱਲ ਕਰਨ ਦਾ ਤੌਰ ਤਰੀਕਾ ਬੜਾ ਮੰਨ ਲਓ ਨਰਮ ਹੋਵੇ, ਬੜਾ ਰਿਸਪੈਕਟਡ ਹੋਵੇ, ਤੇ ਉਸ ਘਰ ਦੇ ਬੱਚੇ ਦੇ ਉੱਤੇ ਉਸ ਚੀਜ਼ ਦਾ ਬਹੁਤ ਜ਼ਿਆਦਾ ਇੰਪੈਕਟ ਪਵੇ। ਤੇ ਜੇ ਉਸੇ ਘਰ ਦਾ ਹੀ ਵਾਤਾਵਰਣ ਇੱਕ ਦੂਜੇ ਨੂੰ ਖਿੱਚਾ ਤਾਣੀ ਵਾਲਾ ਹੋਵੇ, ਇੱਕ ਦੂਜੇ ਨੂੰ ਮਤਲਬ ਰੁੱਖਾਪਣ ਬੋਲਣ ਵਾਲਾ ਹੋਵੇ, ਤੇ ਉਹ ਜਿਹੜੀ ਲੀਡਰਸ਼ਿਪ ਹੈ ਉਹ ਬੱਚੇ ਉੱਤੇ ਵੀ ਬੜਾ ਵੱਡਾ ਇੱਕ ਰੋਲ ਅਦਾ ਕਰੇਗੀ। ਹੁਣ ਜਿਹੜੇ ਬੱਚਿਆਂ ਦੇ ਵਿੱਚ ਸੈਲਫ ਕੌਨਫੀਡੈਂਸ ਹੁੰਦਾ ਹੈ, ਜਿਹੜੇ ਬੱਚੇ ਅੱਛੇ ਮੰਜ਼ਿਲਾਂ ਤੇ ਪਹੁੰਚਦੇ ਹਨ, ਉਹਨਾਂ ਬੱਚਿਆਂ ਦੇ ਵਿੱਚ ਜਿਹੜੀ ਅਸਲੀ ਸਟੈਬਲਿਸ਼ਡ ਜਿਹੜੀ ਉਹਨਾਂ ਦੇ એનર્ਜੀ ਪੈਦਾ ਹੋਈ ਹੈ, ਉਹ ਮਾਂ-ਬਾਪ ਤੋਂ ਉਹਨਾਂ ਨੂੰ ਦੇਣ ਪ੍ਰਾਪਤ ਹੋਈ ਹੈ। ਇਸ ਕਰਕੇ ਮਾਂ-ਬਾਪ ਦਾ ਇੱਕ ਚੰਗਾ ਲੀਡਰਸ਼ਿਪ ਸਿੱਧ ਹੋਣਾ, ਇੱਕ ਚੰਗਾ ਰੋਲ ਅਦਾ ਕਰਨਾ, ਇਹ ਬੱਚਿਆਂ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਜ਼ਿਆਦਾ ਹੀ ਹਿੱਸਾ ਅਹਿਮੀਅਤ ਰੱਖਦਾ ਹੈ। ਇੱਕ ਸਵਾਲ ਹੋਰ ਇਹਦੇ ਨਾਲ ਜੁੜਦਾ ਹੀ, ਬੱਚਿਆਂ ਦੀ ਪੜ੍ਹਾਈ ਦੇ ਨਾਲ ਸੰਬੰਧਿਤ ਹੀ।
ਬੱਚਿਆਂ ਦੇ ਹੋਮਵਰਕ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਮਾਂ-ਬਾਪ ਕਿਵੇਂ ਮਦਦ ਕਰ ਸਕਦੇ ਜੀ? ਇਹਦੇ ਵਿੱਚ ਵੇਖੋ ਜੀ, ਜਿਹੜਾ ਤੁਸੀਂ ਮਤਲਬ ਬੱਚਿਆਂ ਦਾ ਹੋਮਵਰਕ ਨੂੰ ਰੀਆਰਗੇਨਾਈਜ਼ ਕਰਨਾ, ਇੱਕ ਜਿਵੇਂ ਆਪਾਂ ਜੌਬਾਂ ਦੇ ਉੱਤੇ ਜਾਂਦੇ ਆ ਜਾਂ ਆਪਣੀ ਡੇਲੀ ਲਾਈਫ 'ਚ ਲਾ ਲਓ ਤੁਸੀਂ ਜੀ, ਇੱਕ 80-20 ਦਾ ਰੂਲ ਹੈ। ਅੱਛਾ ਜੀ। ਉਹ 80-20 ਦਾ ਰੂਲ ਕੀ ਹੈ ਕਿ ਜਿਵੇਂ ਆਪਾਂ ਨੇ ਕੁਝ ਕੰਮ ਬਹੁਤ ਜ਼ਰੂਰੀ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਪਹਿਲੇ ਕਰਨਾ ਹੁੰਦਾ, ਪਹਿਲੇ ਦਰ ਤੇ ਕਰਨਾ, ਤੇ ਕੁਝ ਕੰਮ ਐਸੇ ਹੁੰਦੇ ਹਨ ਕਿ ਅਸੀਂ ਉਹਨਾਂ ਨੂੰ ਪੁਸ਼ ਬੈਕ ਵੀ ਕਰ ਸਕਦੇ ਜੀ। ਲੇਕਿਨ ਉਹ ਜਿਹੜੇ ਬੱਚਿਆਂ ਨੂੰ ਸਕੂਲ ਵਿੱਚ ਹੋਮਵਰਕ ਮਿਲਦਾ ਹੈ, ਕੁਝ ਅਸਾਈਨਮੈਂਟਾਂ ਐਸੀਆਂ ਹੁੰਦੀਆਂ ਹਨ ਜਿਹੜੀਆਂ ਕਿ ਉਹਨਾਂ ਨੇ ਕੱਲ ਨੂੰ ਜਾਂ ਪਰਸੋਂ ਨੂੰ ਜਾਂ ਫਸਟ 2 ਔਰ 3 ਡੇਜ਼ ਦੇ ਵਿੱਚ ਸਬਮਿਟ ਕਰਨੀਆਂ ਹੁੰਦੀਆਂ ਹਨ। ਕੁਝ ਅਸਾਈਨਮੈਂਟਾਂ ਐਸੀਆਂ ਹੁੰਦੀਆਂ ਹਨ ਕਿ ਕਿਹੜੀਆਂ 2 ਵੀਕਾਂ ਨੂੰ ਜਾਂ ਨੈਕਸਟ ਵੀਕ ਨੂੰ ਕਰਨੀਆਂ ਹੁੰਦੀਆਂ ਹਨ। ਹੁਣ ਜਦੋਂ ਬੱਚੇ ਦੇ ਦਿਲ ਦਿਮਾਗ ਵਿੱਚ ਇਹ ਹੁੰਦਾ ਕਿ ਆਈ ਹੈਵ ਸੋ ਮਚ ਟੂ ਡੂ, ਤੇ ਉਹ ਡਿਸਕਰੇਜ ਹੋ ਕੇ ਆਪਣੇ ਬੈਗ ਨੂੰ ਟੱਚ ਹੀ ਨਹੀਂ ਕਰਦਾ। ਮੇਥੋਂ ਤਾਂ ਹੋਣਾ ਹੀ ਨਹੀਂ, ਮੇਥੋਂ ਤੇ ਹੋਣਾ ਨਹੀਂ। ਹੁਣ ਜੇ ਮਾਂ-ਬਾਪ ਐਜੂਕੇਟ ਹੋਣ, sit down with the kid and let him to ask, okay ਬੇਟੇ ਤੇਰੀ ਕੱਲ ਅਸਾਈਨਮੈਂਟ ਕਿਹੜੀ ਹੈ, let we pull that out, do that first। ਉਹਨੂੰ ਜੇ ਅਸੀਂ ਰੀਆਰਗੇਨਾਈਜ਼ ਦੀ ਇੱਕ ਹੈਬਿਟ ਬਣਾ ਦੇਾਂਗੇ, ਪਰ ਉਹ ਹੈਬਿਟ ਅਸੀਂ ਉਹਨੂੰ ਤਾਂ ਹੀ ਦੇ ਸਕਾਂਗੇ if we know about his homework and if we know the system, how the system works। ਤੇ ਜੇ ਅਸੀਂ ਕਦੀ ਬੱਚਿਆਂ ਦੇ ਨਾਲ, ਉਹਨਾਂ ਦੇ ਟੀਚਰ ਨਾਲ ਗੱਲਬਾਤ ਹੀ ਨਹੀਂ ਕੀਤੀ, ਕਦੀ ਬੱਚਿਆਂ ਨੂੰ ਬੈਠ ਕੇ ਇਹ ਨਹੀਂ ਪੁੱਛਿਆ। ਦੇਖੋ ਇੱਕ ਹੋਰ ਬੜਾ ਵੱਡਾ ਇੰਪੋਰਟੈਂਟ ਰੋਲ ਹੈ ਕਿ ਕੋਈ ਬੱਚਾ ਮੈਥ ਵਿੱਚ ਮਾਸਟਰ ਹੈ, ਕੋਈ ਇੰਗਲਿਸ਼ ਵਿੱਚ ਅੱਛਾ ਹੈ, ਕੋਈ ਸਾਇੰਸ ਵਿੱਚ ਅੱਛਾ ਹੈ। ਹੁਣ ਆਪਾਂ ਬੱਚੇ ਨਾਲ ਬੈਠ ਕੇ ਪਹਿਲਾਂ ਇਹ ਵੀ ਤੇ ਗੱਲ ਕਰੀਏ, ਬੇਟੇ ਤੈਨੂੰ ਕਿਹੜੇ ਸਕਿੱਲ ਵਿੱਚ, ਕਿਸ ਚੀਜ਼ ਦੀ ਤੈਨੂੰ ਉਹਦੀ ਟਿਊਟਰ ਦੀ ਹੈਲਪ ਦੀ ਲੋੜ ਹੈ। ਤੇ ਜੇ ਅਸੀਂ ਕਦੀ ਬੱਚੇ ਨਾਲ ਬੈਠ ਕੇ ਕਦੀ ਟਿਊਟਰ ਬਾਰੇ, ਕਦੀ ਉਹਦੇ ਵੀਕ ਸਾਈਡ ਬਾਰੇ ਕਦੀ ਗੱਲਬਾਤ ਹੀ ਨਹੀਂ ਕੀਤੀ, ਕਿ ਤੁਸੀਂ ਇਹ ਮਹਿਸੂਸ ਕਰੋ ਕਿ ਫਿਰ ਜਦੋਂ ਬੱਚੇ ਡ੍ਰੌਪ ਆਫ ਹੁੰਦੇ ਹਨ ਜਾਂ ਬੱਚੇ ਆਪਣਾ ਹੋਮਵਰਕ ਕਰਕੇ ਨਹੀਂ ਸਕੂਲ ਲੈ ਜਾਂਦੇ, ਉਸ ਦਾ ਐਂਡ ਰਿਜ਼ਲਟ ਉਹ ਕਿੱਥੇ ਆ ਕੇ ਅਸਰ ਉਹਦਾ ਹੋਇਆ ਹੈ, ਐਂਡ ਤੇ ਅਸਰ ਉਹਦਾ ਮਾਂ-ਬਾਪ ਦੀ ਆਪਣੀ ਕਮਿਊਨੀਕੇਸ਼ਨ ਲਾ ਲਓ ਬੱਚਿਆਂ ਨਾਲ, ਜਾਂ ਆਪਣੀ ਐਜੂਕੇਸ਼ਨ ਦੀ ਘਾਟ ਕਰਕੇ ਉਹ ਬੱਚੇ ਜ਼ਿੰਦਗੀ ਦੇ ਵਿੱਚ ਪਿੱਛੇ ਰਹਿ ਜਾਂਦੇ। ਕਹਿਣ ਤੋਂ ਭਾਵ ਜਿਹੜੇ ਮਾਂ-ਬਾਪ, ਟੀਚਰ ਜੇਕਰ ਰਲ ਮਿਲ ਕੇ ਕਮਿਊਨੀਕੇਸ਼ਨ ਕਰਦੇ ਰਹਿੰਦੇ ਆ ਤਾਂ ਬੱਚਿਆਂ ਦੀਆਂ ਜਿਹੜੀਆਂ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਘਾਟਾਂ ਨੇ ਉਹ ਉਜਾਗਰ ਹੁੰਦੀਆਂ ਰਹਿੰਦੀਆਂ ਨੇ। ਜਦੋਂ ਉਹ ਉਜਾਗਰ ਹੁੰਦੀਆਂ ਨੇ, ਬੱਚੇ ਨੂੰ ਬਿਨਾਂ ਇਹ ਅਹਿਸਾਸ ਕਰਾਏ ਕਿ ਉਹਦੇ ਵਿੱਚ ਕੋਈ ਘਾਟ ਹੈ, ਉਹਨੂੰ ਹੌਲੀ ਹੌਲੀ ਉਹਦੀ ਸ਼ਖਸੀਅਤ ਦੇ ਵਿੱਚੋਂ ਅਸੀਂ ਮਾਈਨਸ ਕਰਕੇ ਉਹਨੂੰ ਗੁਣਾ ਭਰਪੂਰ ਕਰਕੇ ਉਹਦੇ ਔਗਣਾਂ ਨੂੰ, ਉਹਦੀਆਂ ਘਾਟਾਂ ਨੂੰ ਪੂਰੀਆਂ ਕਰਨ ਦਾ ਯਤਨ ਮਾਂ-ਬਾਪ ਔਰ ਟੀਚਰ ਰਲ ਕੇ ਕਰ ਸਕਦੇ ਨੇ, ਔਰ ਬੱਚੇ ਨੂੰ ਸਰਵਗੁਣ ਸੰਪੰਨ ਬਣਾ ਕੇ ਇੱਕ ਕਾਮਯਾਬ ਮਨੁੱਖ ਦੀ ਮੰਜ਼ਿਲੇ ਮਕਸੂਦ ਤੱਕ ਪਹੁੰਚਾ ਸਕਦੇ ਨੇ। ਸੋ ਸਿੱਖ ਚੈਨਲ ਵੇਖਣ ਵਾਲਿਆਂ ਦਾ ਔਰ ਭਾਈ ਸਾਹਿਬ ਸਤਨਾਮ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅੱਜ ਦੇ ਇਸ ਟੌਪਿਕ ਤੋਂ ਮੈਂ ਆਸ ਕਰਦਾ, ਇਹ ਟੌਪਿਕ ਸਾਨੂੰ ਸਾਡੇ ਦਰਸ਼ਕਾਂ ਵੱਲੋਂ ਹੀ ਬਖਸ਼ਿਸ਼ ਕੀਤਾ ਗਿਆ ਸੀ, ਉਹਨਾਂ ਵੱਲੋਂ ਹੀ ਦਿਸ਼ਾ ਨਿਰਦੇਸ਼ ਸਨ ਕਿ ਬੱਚਿਆਂ ਦੀਆਂ ਜਿਹੜੀਆਂ ਨਿੱਜੀ ਸਮੱਸਿਆਵਾਂ ਨੇ, ਖਾਸ ਕਰ ਉਹਦੀ ਸਕੂਲਿੰਗ ਨਾਲ ਸੰਬੰਧਿਤ ਨੇ, ਮਾਂ-ਬਾਪ ਸਮਝ ਨਹੀਂ ਪਾਉਂਦੇ ਕਿ ਉੱਥੇ ਘਾਟ ਕਿੱਥੇ ਰਹਿ ਗਈ ਉਹਨਾਂ ਤੋਂ। ਜਦੋਂ ਪੰਜਾਬੀ 'ਚ ਕਹਿ ਲਓ ਕਿ ਅੱਖਾਂ 'ਚ ਘਸੁੰਨ ਦੇ ਕੇ ਰੋਂਦੇ ਨੇ, ਜਦ ਤੱਕ ਸਮਾਂ ਬਹੁਤ ਗਾਹਾਂ ਲੰਘ ਚੁੱਕਿਆ ਹੁੰਦਾ ਤੇ ਬੱਚੇ ਉਹਨਾਂ ਦੀ ਗੱਲ ਤੋਂ ਪਰਵਾਰੇ ਹੋ ਚੁੱਕੇ ਹੁੰਦੇ ਹਨ, ਉਦੋਂ ਤੱਕ ਉਹਨਾਂ ਦੀ ਲੀਡਰਸ਼ਿਪ ਤੋਂ ਉਹ ਬਾਗੀ ਹੋ ਚੁੱਕੇ ਹੁੰਦੇ ਹਨ। ਸੋ ਸਮਾਂ ਰਹਿੰਦੇ ਆ ਇਸ ਗੱਲ ਨੂੰ ਵਿਚਾਰੀਏ, ਜੇ ਕਿਤੇ ਸਾਡੇ 'ਚ ਜਾਂ ਸਾਡੇ ਬੱਚਿਆਂ 'ਚ ਕੋਈ ਘਾਟ ਆ, ਉਹਨੂੰ ਪੂਰੀਆਂ ਕਰਨ ਦੀ ਪਿਆਰ ਨਾਲ ਔਰ ਗਿਆਨ ਨਾਲ ਯਤਨ ਕਰੀਏ। ਇੰਨਾ ਕੁਝ ਕਹਿੰਦਾ ਹੋਇਆ ਭੁੱਲ ਚੁੱਕ ਦੀ ਖਿਮਾ ਨਾਲ ਆਪ ਸਮੂਹ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਬੇਨਤੀ ਕਰਦੇ ਹਾਂ ਕਿ ਆਪ ਜੀ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸਿੱਖ ਚੈਨਲ ਬਾਰੇ ਔਰ ਇਸ ਪ੍ਰੋਗਰਾਮ ਬਾਰੇ ਜ਼ਰੂਰ ਦੱਸੋ, ਤਾਂ ਕਿ ਜੇਕਰ ਸਾਡੇ ਕੁਝ ਇਸ ਯਤਨ ਕੀਤਿਆਂ ਕਿਸੇ ਇੱਕ ਦਾ ਵੀ ਜੀਵਨ ਬਦਲ ਜਾਂਦਾ ਹੈ ਤਾਂ ਮੈਂ ਸਮਝਦਾ ਸਾਡੇ ਯਤਨ ਸਾਰਥਕ ਹੋਣਗੇ। ਤੁਹਾਡਾ ਪ੍ਰੋਗਰਾਮ ਨੂੰ ਵੇਖਣ ਲਈ ਔਰ ਇਸ ਨੂੰ ਉਤਸ਼ਾਹ ਭਰਪੂਰ ਹੁੰਗਾਰਾ ਦੇਣ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।